ਚੌਪਈ ਸੁਨਹੁ ਕਥਾ ਸ਼੍ਰੀ ਪੇਰੂ ਨੰਦਨ ਸ਼੍ਰੋਤਨ ਕੇ ਅਗ ਓਗ ਨਿਕੰਦਨ ਸੁਨਹੁ ਕਥਾ ਸ਼੍ਰੀ ਪੇਰੂ ਨੰਦਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਿਵਾਜ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ। ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਾਤਾ ਪਿਤਾ ਪ੍ਰਤ ਸ਼ਬਦ ਉਚਾਰਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਤੇ ਅਸੀਂ ਵੀ ਕਲਯੁਗੀ ਜੀਵਾਂ ਨੂੰ ਨਿਹਾਲ ਕੀਤਾ ਹੈ। ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਅੱਗੇ ਜਿਵੇਂ ਪਾਵਨ ਪਵਿੱਤਰ ਪ੍ਰਸੰਗ ਆ ਰਿਹਾ ਹੈ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਚੌਪਈ ਸੁਨਹੁ ਕਥਾ ਸ਼੍ਰੀ ਪੇਰੂ ਨੰਦਨ। ਤੋ ਸਤਿਗੁਰੂ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਭਾਈ ਬਾਲਾ ਜੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਣਾ ਰਹੇ ਨੇ। ਕਹਿਣ ਲੱਗੇ ਕਿ ਬਾਬਾ ਫੇਰੂਮਲ ਜੀ ਦੇ ਸਪੁੱਤਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀਓ ਜਾਹਰ ਪੀਰ ਜਗਤ ਗੁਰ ਬਾਬਾ ਦੀਨ ਦਇਆਲ ਚੋਜੀ ਪ੍ਰੀਤਮ ਸਤਿਗੁਰੂ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਅੱਗੇ ਸਰਵਣ ਕਰੋ ਜੀ। ਸ਼੍ਰੋਤਨ ਕੇ ਅਗ ਓਗ ਨਿਕੰਦਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਰੋਤਾ ਜਨਾਂ ਦੇ ਗੁਰੂ ਕੇ ਸਿੱਖਾਂ ਦੇ ਜੋ ਬੱਜਰ ਪਾਪ ਹਨ ਉਹਨਾਂ ਨੂੰ ਨਾਸ ਕਰਨ ਵਾਲੇ ਨੇ। ਤਲਵੰਡੀ ਮਹਿ ਦੀਨ ਦਇਆਲਾ। ਤਲਵੰਡੀ ਨਗਰ ਦੇ ਵਿੱਚ ਦੀਨ ਦਇਆਲ ਚੋਜੀ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਹਿਤਿਓ ਕਤਿਕ ਬਿਤਾਏ ਕਾਲਾ। ਤਲਵੰਡੀ ਨਗਰ ਦੇ ਵਿੱਚ ਰਹਿੰਦਿਆਂ ਹੋਇਆਂ ਕਿੰਨਾ ਕੋ ਸਮਾਂ ਬਤੀਤ ਕੀਤਾ। ਏਕ ਦਿਵਸ ਕਾਲੂ ਢਿਗ ਆਵਾ। ਇੱਕ ਦਿਨ ਬਾਬਾ ਕਾਲੂ ਜੀ ਪਾਸ ਆਏ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ। ਹਿਤ ਸਮਝਾਵਨ ਬਚਨ ਅਲਾਵਾ। ਆਪਣੇ ਸਪੁੱਤਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਝਾਉਣ ਵਾਸਤੇ ਬਾਬਾ ਕਾਲੂ ਜੀ ਨੇ ਇਹ ਬਚਨ ਉਚਾਰਨ ਕੀਤੇ। ਏ ਸੁਤ ਗ੍ਰਸਤੀ ਰੀਤ ਕਰੀਜੈ। ਤੋ ਪੁੱਤਰ ਨਾਨਕ ਜੀ ਨੂੰ ਬੇਨਤੀ ਕਰਨ ਲੱਗੇ ਬਾਬਾ ਕਲਿਆਣ ਚੰਦ ਕਿ ਪੁੱਤਰ ਜੀਓ ਜਿਹੜੀ ਗ੍ਰਸਤੀਆਂ ਵਾਲੀ ਮਰਿਆਦਾ ਹੈ ਨਾ ਉਹ ਧਾਰਨ ਕਰੋ, ਗ੍ਰਸਤੀਆਂ ਵਾਲੀ ਰੀਤੀ ਧਾਰਨ ਕਰੋ ਆਪਣੇ ਮਨ ਦੇ ਵਿੱਚ। ਦੇਖ ਫਕੀਰੀ ਅਬ ਤਜ ਦੀਜੈ। ਜਿਹੜਾ ਫਕੀਰਾਂ ਵਾਲਾ ਲਿਬਾਸ ਹੈ ਨਾ ਉਹ ਹੁਣ ਤਿਆਗ ਦਿਓ, ਕਿਉਂਕਿ ਬੜਾ ਲੰਮਾ ਸਮਾਂ ਤੁਸੀਂ ਬਾਹਰ ਦੇਸ਼ ਵਿਦੇਸ਼ਾਂ ਦੇ ਵਿੱਚ ਰਟਨ ਕਰ ਆਏ ਹੋ, ਤੋ ਥਾਂ ਥਾਂ ਤੇ ਦੇਸ਼ ਵਿਦੇਸ਼ ਦੇਖ ਆਏ ਹੋ। ਆਗੇ ਦਰਬ ਜਿਤੋ ਘਰ ਬਾਰਾ। ਪਹਿਲਾਂ ਘਰ-ਬਾਰ ਦੇ ਵਿੱਚ ਜਿੰਨਾ ਕੋ ਧਨ ਪਦਾਰਥ ਸੀ ਹੋਏ ਬੇਰਕਤ ਲੁਟਾਇਓ ਸਾਰਾ। ਤੁਸੀਂ ਬਿਰਕਤ ਹੋ ਕੇ ਸਾਧੂਆਂ ਵਾਲੀ ਰੀਤੀ ਧਾਰਨ ਕਰਕੇ ਤੇ ਉਹ ਧਨ ਪਦਾਰਥ ਸਾਰਾ ਹੀ ਲੁਟਾ ਦੇਣਾ ਕੀਤਾ। ਕੋ ਕ੍ਰਿਤ ਅਬਲੇ ਹੋ ਸੰਭਾਰੀ। ਤੋ ਹੁਣ ਜਿਹੜੇ ਸੰਸਾਰਕ ਕੋਈ ਕੰਮਕਾਰ ਹੈ ਨਾ ਉਹ ਹੁਣ ਸੰਭਾਲ ਲੈਣਾ ਕਰੋ, ਕੋਈ ਵੀ ਕੰਮ ਸ਼ੁਰੂ ਕਰ ਲੈਣਾ ਕਰੋ। ਦਰਬ ਕਮਾਵੋ ਸੋ ਮਤ ਵਿਚਾਰੀ। ਬੜੇ ਸ੍ਰੇਸ਼ਟ ਮਤ ਦੇ ਨਾਲ ਸੰਸਾਰਕ ਮਤ ਨੂੰ ਧਾਰਨ ਕਰਕੇ ਤੇ ਧਨ ਕਮਾਉਣ ਵਾਲਾ ਕੋਈ ਯਤਨ ਕਰੋ, ਕੋਈ ਚਾਰਾ ਕਰੋ ਕਿ ਜਿਹੜੇ ਯਤਨ ਦੇ ਨਾਲ ਧਨ ਪਦਾਰਥ ਬਹੁਤਾ ਜ਼ਿਆਦਾ ਆਵੇ। ਜਰਾ ਦਸੀ ਅਬ ਦੇਹ ਹਮਾਰੀ। ਪੁੱਤਰ ਜੀਓ ਸਾਡਾ ਜਿਹੜਾ ਤਨ ਹੈ ਨਾ ਇਹ ਬੁਢੇਪੇ ਨੇ ਗਰਸ ਲਿਆ। ਕਹਿਣ ਤੋਂ ਭਾਵ ਕਿ ਸਾਡੀ ਉਮਰ ਵਡੇਰੀ ਹੋ ਗਈ ਹੈ, ਹੁਣ ਤਨ ਦੇ ਵਿੱਚ ਬਲ ਨਹੀਂ ਰਹਿ ਗਿਆ, ਤੋ ਅਸੀਂ ਹੁਣ ਕਮਾਈਆਂ ਨਹੀਂ ਕਰ ਸਕਦੇ। ਕਹਿਣ ਤੋਂ ਭਾਵ ਕਿ ਧਨ ਨਹੀਂ ਕਮਾ ਸਕਦੇ ਅਸੀਂ। ਸੁਖ ਦੇਵਨ ਕੀ ਹੈ ਤਬ ਵਾਰੀ। ਤੋ ਤੇਰੀ ਵਾਰੀ ਹੈ ਹੁਣ ਸੁਖ ਦੇਣ ਦੀ। ਅਸੀਂ ਬਜ਼ੁਰਗ ਹੋ ਗਏ ਆ ਤੇ ਜਦੋਂ ਮਾਤਾ ਪਿਤਾ ਵੱਡੀ ਉਮਰ ਦੇ ਹੋ ਜਾਣ ਤੇ ਫਿਰ ਪੁੱਤਰਾਂ ਦੀ ਵਾਰੀ ਹੁੰਦੀ ਹੈ
ਕਿ ਉਹ ਧਨ ਪਦਾਰਥ ਕਮਾਉਣ ਤੇ ਮਾਤਾ ਪਿਤਾ ਨੂੰ ਸੁੱਖ ਦੇਣ। ਸਰਬ ਸਦਨ ਕੋ ਕਾਰ ਚਲਾਵਹੁ। ਘਰ ਦਾ ਜਿਹੜਾ ਕਾਰੋਬਾਰ ਹੈ ਨਾ ਉਹ ਸਾਰਾ ਹੀ ਹੁਣ ਤੁਸੀਂ ਚਲਾਓ। ਨਿਜ ਪੁਰ ਬੈਸਹੁ ਬੈਸ ਸੁਖ ਪਾਵਹੁ। ਆਪਣੇ ਨਗਰ ਦੇ ਵਿੱਚ ਬੈਠੋ ਤੇ ਨਗਰ ਦੇ ਵਿੱਚ ਬੈਠ ਕੇ ਸੁੱਖ ਪ੍ਰਾਪਤ ਕਰੋ। ਆਪ ਸੁਖੀ ਰਹੋ ਤੇ ਦੂਜਿਆਂ ਨੂੰ ਵੀ ਸੰਬੰਧੀਆਂ ਨੂੰ ਸੁਖੀ ਕਰੋ। ਰਹੀਏ ਹਮਰੀ ਦ੍ਰਿਸ਼ਟ ਅਗਾਰੀ। ਸਾਡੀ ਨਿਗਾਹ ਦੇ ਅੱਗੇ ਹੀ ਰਹੋ, ਭਾਵ ਕਿ ਸਾਡੇ ਪਾਸ ਹੀ ਰਹੋ ਇੱਥੇ ਘਰ ਦੇ ਵਿੱਚ। ਸੁਖੀ ਰਹਿ ਤਬ ਭਿਖ ਮਹਤਾਰੀ। ਤੋ ਤੁਹਾਡੇ ਮਾਤਾ ਜੀ ਤੁਹਾਨੂੰ ਇੱਥੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਦੇਖ ਕੇ, ਸੰਸਾਰਕ ਧੰਦੇ ਕਰਦਿਆਂ ਹੋਇਆਂ ਮਾਤਾ ਜੀ ਬਹੁਤ ਜ਼ਿਆਦਾ ਸੁਖੀ ਹੋਣਗੇ, ਉਹਨਾਂ ਦਾ ਹਿਰਦਾ ਸ਼ਾਂਤ ਹੋਵੇਗਾ। ਨਿਜ ਸੁਤ ਇਸਤਰੀ ਲੇਹੁ ਮੰਗਾਈ। ਆਪਣੇ ਧੀਆਂ ਪੁੱਤਰ ਅਤੇ ਜੋ ਆਪਣੇ ਸੁਪੁੱਤਰ ਅਤੇ ਜੋ ਇਸਤਰੀ ਹੈ ਤੁਹਾਡੀ ਸੁਪਤਨੀ ਹੈ, ਉਹਨਾਂ ਨੂੰ ਵੀ ਇੱਥੇ ਬੁਲਾ ਲੈਣਾ ਕਰੋ ਤਲਵੰਡੀ ਨਗਰ ਦੇ ਵਿੱਚ। ਕਰ ਪ੍ਰਤਪਾਲ ਸਭਿਨ ਹਿਤ ਲਾਈ। ਜੋ ਹਿਤ ਲਾ ਕੇ ਪ੍ਰੇਮ ਦੇ ਸਹਿਤ ਸਾਰਿਆਂ ਦੀ ਹੀ ਪ੍ਰਤਪਾਲਨਾ ਕਰਨਾ ਕਰੋ। ਵਿਛੁਰੇ ਹੈ ਸੋ ਕਿਤ ਕਿਤ ਥਾਨਾ। ਦੇਖੋ ਪਰਿਵਾਰਕ ਮੈਂਬਰ ਕਿੱਥੇ ਕਿੱਥੇ ਵਿਛੜੇ ਹੋਏ ਨੇ। ਜੋ ਤੁਹਾਡੇ ਸਹੁਰੇ ਘਰ ਦੇ ਵਿੱਚ ਤੁਹਾਡੀ ਸੁਪਤਨੀ ਰਹਿ ਰਹੀ ਹੈ, ਤੋ ਇਸੇ ਹੀ ਤਰ੍ਹਾਂ ਇੱਕ ਪੁੱਤਰ ਸਹੁਰੇ ਘਰ ਦੇ ਵਿੱਚ ਤੇ ਇੱਕ ਸੁਪੁੱਤਰ ਜਿਹੜਾ ਹੈ ਉਹ ਭੈਣ ਬੇਬੇ ਨਾਨਕੀ ਜੀ ਦੇ ਕੋਲ ਹੈ। ਤੁਜ ਬਹੀਨ ਰਹੀ ਦੁਖਵਾਨਾ। ਤੇਰੇ ਤੋਂ ਬਿਨਾ ਪੁੱਤਰ ਤੇਰੀ ਸੁਪਤਨੀ ਵੀ ਦੁੱਖ ਦੇ ਸਹਿਤ ਹੀ ਰਹਿੰਦੀ ਹੈ। ਇਸ ਬਿਦ ਕੇ ਸੁਨ ਕੇ ਬਚਤਾਤਾ। ਇਸ ਤਰੀਕੇ ਦੇ ਨਾਲ ਜਦੋਂ ਪਿਤਾ ਬਾਬਾ ਕਾਲੂ ਜੀ ਨੇ ਬਚਨ ਕਹੇ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਦੇ ਬਚਨ ਸਰਵਣ ਕੀਤੇ ਨੇ। ਬੋਲੇ ਪ੍ਰਭੂ ਗਿਆਨ ਸੁਖ ਦਾਤਾ। ਤੋ ਗਿਆਨ ਦੇ ਅਤੇ ਸੁੱਖਾਂ ਦੇ ਦਾਤੇ, ਗਿਆਨ ਦੇ ਦਾਤੇ ਤੇ ਸੁੱਖਾਂ ਦੇ ਦਾਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਿਆਨ ਦੇ ਸਹਿਤ ਸੁਖਦਾਇਕ ਬਚਨ ਕੀਤੇ ਨੇ ਸੁਭਾਇਮਾਨ ਮੁਖਾਰ ਬਿਨ ਤੋਂ। ਸੋਨ ਪਿਤ ਇਹ ਮਤ ਨੌਕਾ ਨਿਆਈ। ਤੋ ਕਹਿਣ ਲੱਗੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਿ ਪਿਤਾ ਜੀਓ ਮੇਰੀ ਬੇਨਤੀ ਧਿਆਨ ਦੇ ਸਹਿਤ ਸੁਣੋ। ਆਪ ਜੀ ਦੇ ਜਿਹੜੇ ਬਚਨ ਨੇ ਨਾ, ਸੁਣ ਪਿਤ, ਦੁਬਾਰਾ ਫਿਰ ਸੁਨ ਪਿਤ ਇਹ ਮਤ ਨੌਕਾ ਨਿਆਈ। ਕਹਿਣ ਲੱਗੇ ਕਿ ਪਿਤਾ ਜੀਓ ਇਹ ਜਿਹੜੀ ਤੁਹਾਡੀ ਮੱਤ ਹੈ ਨਾ ਇਹ ਬੇੜੀ ਦੀ ਤਰ੍ਹਾਂ ਹੈ। ਦਰਬ ਮੋਹ ਜਲ ਸਰਤਾ ਧਾਈ। ਤੋ ਧਨ ਅਤੇ ਮਾਇਆ ਤੇ ਜੋ ਮੋਹ ਦੀ ਨਦੀ ਚੱਲ ਰਹੀ ਹੈ। ਜੇ ਨੌਕਾ ਮਹਿ ਜਲ ਪਰ ਜਾਵੇ। ਜੇ ਬੇੜੀ ਦੇ ਵਿੱਚ ਬਹੁਤਾ ਜ਼ਿਆਦਾ ਜਲ ਭਰ ਜਾਵੇ ਤਤ ਛਿਨ ਆਪਣੇ ਵਿੱਚ ਡੁਬਾਵੇ। ਤੇ ਬੜੀ ਛੇਤੀ ਹੀ ਬੇੜੀ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ। ਤੋ ਜੋ ਮਾਇਆ ਦਾ ਮੋਹ ਅਤੇ ਮਾਇਆ ਹੈ, ਤੋ ਇਹ ਨਦੀ ਚੱਲ ਰਹੀ ਹੈ ਜਾਂ ਪਦਾਰਥਾਂ ਦੀ ਨਦੀ ਚੱਲ ਰਹੀ ਹੈ। ਤੇ ਤੁਹਾਡੇ ਜਿਹੜੇ ਬਚਨ ਨੇ, ਤੁਹਾਡੀ ਜਿਹੜੀ ਮਤ ਹੈ, ਇਹ ਬੇੜੀ ਦੀ ਨਿਆਈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਜੀਵ ਪਦਾਰਥਾਂ ਦੇ ਵਿੱਚ ਗ੍ਰਸਤ ਹੋ ਜਾਵੇ ਤੇ ਫਿਰ ਇਹਨਾਂ ਪਦਾਰਥਾਂ ਦੇ ਵਿੱਚ ਹੀ ਡੁੱਬ ਕੇ ਰਹਿ ਜਾਂਦਾ ਹੈ। ਪਦਾਰਥਵਾਦੀ ਜਗਤ ਦੇ ਵਿੱਚ ਜੀਵ ਦੇ ਪਾਸੋਂ ਫਿਰ ਪਰਮਾਰਥ ਦੇ ਰਾਹ ਦੇ ਉੱਤੇ ਤੁਰਿਆ ਨਹੀਂ ਜਾਂਦਾ। ਇਸ ਕਰਕੇ ਜਿਹੜੇ ਪਰਮਾਰਥ ਦੇ ਰਾਹ ਦੇ ਉੱਪਰ ਤੁਰਨ ਵਾਲੇ ਨੇ ਨਾ, ਰੱਬ ਦੀ ਬੰਦਗੀ ਕਰਨ ਵਾਲੇ ਨੇ, ਉਹ ਪਦਾਰਥਾਂ ਰੂਪ ਜਲ ਦੇ ਵਿੱਚ ਆਪਣੇ ਆਪ ਨੂੰ ਡੁੱਬਣ ਨਹੀਂ ਦਿੰਦੇ। ਸਤਿਗੁਰ ਕੇਵਟ ਮਿਲਹਿ ਜੇ ਆਈ। ਤੋ ਇਹਨਾਂ ਪਦਾਰਥਾਂ ਦੇ ਵਿੱਚ, ਪਦਾਰਥਾਂ ਰੂਪ ਪਾਣੀ ਦੇ ਵਿੱਚ, ਪਦਾਰਥਾਂ ਰੂਪ ਜਲ ਦੇ ਵਿੱਚ ਡੁੱਬਣ ਤੋਂ ਬਚਾਉਣ ਵਾਸਤੇ ਜੇ ਸਤਿਗੁਰੂ ਰੂਪ ਮਲਾਹ ਮਿਲ ਜਾਣ। ਮਤ ਨੌਕਾ ਪਰ ਹੈ ਚੁੱਕ ਸਾਈ। ਜਿਹੜੀ ਮਤ ਰੂਪ ਬੇੜੀ ਹੈ ਨਾ ਜਿਹੜੀ, ਉਹਨੂੰ ਸਤਿਗੁਰੂ ਜੀ ਕਿਰਪਾ ਕਰਕੇ ਜਦੋਂ ਆਪ ਚਲਾਉਂਦੇ ਨੇ ਨਾ, ਕਹਿਣ ਤੋਂ ਭਾਵ ਕਿ ਗੁਰੂ ਕਾ ਸਿੱਖ ਜਦੋਂ ਸਤਿਗੁਰੂ ਜੀ ਦੀ ਮੱਤ ਲੈ ਕੇ, ਗੁਰਮਤਿ ਲੈ ਕੇ ਜੀਵਨ ਦੇ ਵਿੱਚ ਜੋ ਤੁਰਦਾ ਹੈ, ਕਹਿਣ ਤੋਂ ਭਾਵ ਕਿ ਆਪਣਾ ਜੀਵਨ ਗੁਰੂ ਕਾ ਸਿੱਖ, ਗੁਰੂ ਕੀ ਮੱਤ ਲੈ ਕੇ ਚੱਲਦਾ ਹੈ ਨਾ, ਤੇ ਫਿਰ ਪਦਾਰਥਾਂ ਰੂਪ ਪਾਣੀ ਦੇ ਵਿੱਚ ਉਹ ਡੁੱਬਦਾ ਨਹੀਂ ਕਦੇ ਵਾਸਤੇ। ਸਤਿਗੁਰੂ ਜੀ ਹੀ ਗੁਰੂ ਕੇ ਸਿੱਖ ਨੂੰ ਸ੍ਰੇਸ਼ਟ ਮੱਤ ਦਿੰਦੇ ਨੇ, ਕਿਉਂਕਿ ਬਚਨ ਨੇ ਬਾਣੀ ਦੇ ਵਿੱਚ ਕਿ ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਪਾਈਐ ਮਾਨ।
ਜੇ ਸਤਿਗੁਰੂ ਜੀ ਅਕਲ ਦੇਣ, ਸਤਿਗੁਰੂ ਜੀ ਸ੍ਰੇਸ਼ਟ ਮਤ ਦੇਣ ਤੇ ਤਾਂ ਗੁਰੂ ਕਾ ਸਿੱਖ ਪਦਾਰਥਾਂ ਰੂਪ ਪਾਣੀ ਦੇ ਵਿੱਚ ਡੁੱਬਣ ਤੋਂ ਬਚ ਸਕਦਾ ਹੈ। ਸਤਿਗੁਰੂ ਜੀ ਹੀ ਬਚਾ ਸਕਦੇ ਹਨ ਗੁਰੂ ਕੇ ਸਿੱਖ ਨੂੰ। ਜੇ ਗੁਰੂ ਕੇ ਸਿੱਖ ਨੂੰ ਸਤਿਗੁਰੂ ਜੀ ਨੇ ਸ੍ਰੇਸ਼ਟ ਮਤ ਦੇ ਵੀ ਦਿੱਤੀ ਹੈ ਨਾ, ਤੇ ਗੁਰੂ ਕਾ ਸਿੱਖ ਫੇਰ ਵੀ ਸਤਿਗੁਰੂ ਜੀ ਦੇ ਆਸਰੇ ਹੀ ਰਹੇ। ਇਹੋ ਹੀ ਸਦਾ ਵਾਸਤੇ ਕਹੇ ਕਿ ਸਤਿਗੁਰੂ ਜੀਓ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ। ਸਤਿਗੁਰੂ ਜੀਓ ਨਾ ਮੇਰੇ ਵਿੱਚ ਸਮਰੱਥਾ ਹੈ, ਨਾ ਮੈਂ ਸੇਵਾ ਕਰਦਾ ਹਾਂ, ਨਾ ਮੇਰੇ ਵਿੱਚ ਸ੍ਰੇਸ਼ਟ ਮਤ ਹੈ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪਰਖੋਤਮੰ। ਆਪ ਜੀ ਦੇ ਚਰਨਾਂ ਦੇ ਨਾਲ, ਨਾਮ ਸਿਮਰਨ ਦੇ ਨਾਲ, ਗੁਰਸਿੱਖੀ ਦੇ ਨਾਲ ਮੇਰੀ ਪ੍ਰੀਤੀ ਵੀ ਕੋਈ ਬਹੁਤੀ ਜ਼ਿਆਦੀ ਨਹੀਂ ਹੈ। ਇਹ ਆਪ ਹੀ ਕਿਰਪਾ ਕਰੋ ਜੀ। ਪਦਾਰਥਾਂ ਰੂਪ ਜਲ ਤੋਂ ਮੈਨੂੰ ਬਚਾ ਕੇ ਤੇ ਮੇਰਾ ਬੇੜਾ ਬੰਨੇ ਭਵ ਸਾਗਰ ਤੋਂ ਪਾਰ ਲਾ ਦੇਣਾ ਕਰੋ ਜੀ। ਮੋਹ ਦਰਬ ਤੇ ਉਰਤ ਚਲਾਵੇ। ਤੋ ਮੋਹ ਰੂਪ ਜਿਹੜਾ ਧਨ ਹੈ ਨਾ, ਜਾਂ ਪਦਾਰਥਾਂ ਰੂਪ ਜਿਹੜਾ ਪਾਣੀ ਹੈ, ਉਹਦੇ ਤੋਂ ਸਤਿਗੁਰੂ ਜੀ ਫਿਰ ਉੱਚਾ ਚਲਾਉਂਦੇ ਨੇ ਗੁਰੂ ਕੇ ਸਿੱਖ ਨੂੰ। ਭਾਵ ਕਿ ਗੁਰੂ ਕਾ ਸਿੱਖ ਪਦਾਰਥਾਂ ਦੇ ਵਿੱਚ ਰਹਿੰਦਾ ਹੋਇਆ, ਗ੍ਰਸਤ ਮਾਰਗ ਦੇ ਵਿੱਚ ਰਹਿੰਦਾ ਹੋਇਆ, ਤੋ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਹੀ ਜੋ ਐਵੇਂ ਰਹਿੰਦਾ ਹੈ, ਵਿੱਚੇ ਗ੍ਰਸਤ ਸਦਾ ਰਹਿ ਉਦਾਸੀ ਜੋ ਕਮਲ ਰਹਿ ਵਿੱਚ ਪਾਣੀ ਹੈ। ਗ੍ਰਸਤ ਮਾਰਗ ਦੇ ਵਿੱਚ ਰਹਿੰਦਿਆਂ, ਸੰਸਾਰ ਦੇ ਵਿੱਚ ਰਹਿੰਦਿਆਂ ਉਦਾਸੀਨ ਰਹਿ ਕੇ ਤੇ ਗੁਰੂ ਕਾ ਸਿੱਖ ਪਦਾਰਥਾਂ ਤੋਂ ਉੱਪਰ ਉੱਠ ਕੇ ਰਹਿੰਦਾ ਹੈ। ਸਤਿਗੁਰੂ ਜੀ ਆਪ ਹੀ ਜੋ ਪਦਾਰਥਾਂ ਰੂਪ ਜਲ ਤੋਂ ਬਚਾ ਕੇ ਤੇ ਗੁਰੂ ਕੇ ਸਿੱਖ ਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਦੇ ਨੇ ਕਿਰਪਾ ਕਰਕੇ। ਸੇਵਨ ਕਰ ਹੈ ਗਿਆਨ ਸੁਣਾਵੇ। ਹਾਂਜੀ, ਸਤਿਗੁਰੂ ਜੀ ਮਲਾਹ ਬਣ ਕੇ ਗੁਰੂ ਕੇ ਸਿੱਖ ਨੂੰ ਤਾਰਦੇ ਨੇ ਗਿਆਨ ਦਾ ਉਪਦੇਸ਼ ਸੁਣਾ ਕੇ। ਆਤਮ ਲਖਨੋ ਪਾਰ ਕਿਨਾਰਾ। ਜਿਹੜਾ ਆਪਣੀ ਆਤਮਾ ਨੂੰ ਜਾਣਨਾ ਹੈ ਨਾ, ਆਪਣੇ ਸਵੈ ਸਰੂਪ ਨੂੰ ਜਾਣਨਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਉਂਕਿ ਗੁਰਬਾਣੀ ਦਾ ਸਦਕਾ ਹੀ ਗੁਰੂ ਕਾ ਸਿੱਖ ਆਪਣੇ ਮਨ ਨੂੰ ਸਿੱਧੇ ਰਾਹ ਵੱਲ ਨੂੰ ਤੋਰ ਸਕਦਾ ਹੈ। ਜੇ ਗੁਰਬਾਣੀ ਦੇ ਨਾਲੋਂ ਟੁੱਟ ਜਾਈਏ, ਆਪਣੇ ਮਨ ਦਾ ਹੰਕਾਰ ਕਰੀਏ, ਆਪਣੇ ਯਤਨਾਂ ਦੇ ਨਾਲ ਅਸੀਂ ਕਿਸੇ ਵੀ ਪ੍ਰਕਾਰ ਜੋ ਪਾਰਲਾ ਬੰਨਾ ਪ੍ਰਾਪਤ ਨਹੀਂ ਕਰ ਸਕਦੇ। ਤੋ ਗੁਰੂ ਕਾ ਸਿੱਖ ਇਹੋ ਹੀ ਕਹਿੰਦਾ ਹੈ ਕਿ ਸਤਿਗੁਰੂ ਜੀਓ ਆਪ ਕਿਰਪਾ ਕਰੋ, ਮੈਨੂੰ ਜੋ ਆਪਣੇ ਚਰਨਾਂ ਦੇ ਨਾਲ ਜੋੜੋ ਅਤੇ ਮੇਰਾ ਉਧਾਰ ਕਰ ਦੇਣਾ ਕਰੋ ਜੀ। ਮਨੁੱਖਾ ਜਨਮ ਦੇ ਵਿੱਚ ਮੇਰਾ ਪਾਰ ਉਤਾਰਾ ਹੋ ਜਾਵੇ। ਹਾਂਜੀ, ਦੁਬਾਰਾ ਫੇਰ ਪੰਕਤੀ ਪੜੋ। ਆਤਮ ਲਖਨੋ ਪਾਰ ਕਿਨਾਰਾ। ਜਿਹੜੇ ਆਪਣੇ ਸਵੈ ਸਰੂਪ ਨੂੰ ਜਾਣਨਾ ਹੈ ਨਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੋ ਆਪਣੇ ਸਵੈ ਸਰੂਪ ਨੂੰ ਜਿਹੜਾ ਜਾਣਨਾ ਇਹ ਪਾਰਲਾ ਕਿਨਾਰਾ ਹੈ। ਪਹੁੰਚੇ ਤਹ ਤਬ ਹੋਏ ਸੁਖਾਰਾ। ਜਦੋਂ ਆਪਣੇ ਸਵੈ ਸਰੂਪ ਨੂੰ ਜਾਣ ਲੈਂਦਾ ਹੈ, ਆਤਮਿਕ ਅਡੋਲਤਾ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ, ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਤੇ ਫਿਰ ਸਮਝੋ ਕਿ ਇਹ ਗੁਰੂ ਕਾ ਸਿੱਖ ਪਾਰ ਹੋ ਗਿਆ ਹੈ। ਪਰ ਰੱਬ ਦੇ ਪਿਆਰੇ ਜਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਬਚਨ ਕੀਤੇ ਨੇ ਕਿ ਗੁਰੂ ਕੇ ਸਿੱਖ ਨੂੰ ਜੇ ਗਿਆਨ ਪ੍ਰਾਪਤ ਵੀ ਹੋ ਜਾਵੇ ਫੇਰ ਵੀ ਸੰਗਤ ਕਰਦਾ ਰਹੇ, ਨਿਮਰਤਾ ਦੇ ਸਹਿਤ ਗੁਰੂ ਕੀ ਸੰਗਤ ਦੇ ਵਿੱਚ ਰਹੇ, ਤੋ ਕਿਤੇ ਜੋ ਸੂਖਮ ਹੰਕਾਰ ਆਉਣ ਕਰਕੇ ਆਪਣੇ ਰਾਹ ਤੋਂ ਭਟਕ ਨਾ ਜਾਵੇ। ਜੇ ਬ੍ਰਹਮ ਗਿਆਨ ਦੀ ਵੀ ਪ੍ਰਾਪਤੀ ਹੋ ਗਈ, ਬ੍ਰਹਮ ਗਿਆਨੀ ਨੂੰ ਵੀ ਲੋੜ ਹੈ ਸਤ ਸੰਗਤ ਕਰਨ ਦੀ, ਤੇ ਫੇਰ ਵੀ ਸਤਿਗੁਰੂ ਜੀ ਦੇ ਆਸਰੇ ਰਹਿਣਾ ਹੈ, ਸਤਿਗੁਰੂ ਜੀ ਦੇ ਅੱਗੇ ਤਰਲਾ ਲੈਂਦੇ ਰਹਿਣਾ। ਸਤਿਗੁਰੂ ਜੀ ਉਹ ਕਿਰਪਾ ਕਰਕੇ ਆਪ ਹੀ ਉਧਾਰ ਕਰੋ ਜੀ, ਸੰਸਾਰ ਸਮੁੰਦਰ ਤੋਂ ਪਾਰ ਲਾ ਦਿਓ ਕਿਰਪਾ ਕਰਕੇ। ਜਿਵੇਂ ਭਗਤ ਫਰੀਦ ਜੀ ਨੇ ਜਾਂ ਭਗਤ ਕਬੀਰ ਜੀ ਨੇ ਵੀ ਬਚਨ ਕੀਤੇ ਨੇ ਕਿ ਅਜੋ ਸੋ ਨਾਓ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਏ। ਜੋ ਅਖੀਰਲੇ ਸਵਾਸਾਂ ਤੱਕ ਪਰਮਾਤਮਾ ਵਾਹਿਗੁਰੂ ਜੀ ਦੇ ਹੀ ਆਸਰੇ ਰਹੇ ਗੁਰੂ ਕਾ ਸਿੱਖ। ਨਤ ਇਹ ਜਨਮ ਮਰਨ ਦੁੱਖ ਭਾਰੀ। ਤੇ ਜੇ ਹੰਕਾਰ ਕਰੇ ਫਿਰ ਜਨਮ ਮਰਨ ਦੇ ਭਾਰੀ ਦੁੱਖਾਂ ਦੇ ਵਿੱਚ ਪੈ ਜਾਵੇਗਾ। ਆਏ ਜਾਏ ਜਗ ਵਾਰੰਵਾਰੀ। ਜਗਤ ਦੇ ਵਿੱਚ ਆਉਣ ਜਾਣ ਦੇ ਚੱਕਰ ਦੇ ਵਿੱਚ ਪਿਆ ਰਹੇਗਾ। ਕਦੇ ਜਨਮ ਲੈ ਲਿਆ, ਕਦੇ ਮਰ ਗਿਆ। ਮਨਮੁਖ ਆਵੇ, ਆਪਣੇ ਮਨ ਦੇ ਮਗਰ ਲੱਗ ਕੇ ਜੀਵ ਆਉਣ ਜਾਣ ਦੇ ਚੱਕਰ ਦੇ ਵਿੱਚ ਪੈਂਦਾ ਹੈ। ਮਨਮੁਖ ਆਵੇ, ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ।
जितने नरक से मनमुख ਭੋਗ ਹੈ ਗੁਰਮੁਖ ਲੇਪ ਨਾ ਮਾਸਾ ਹੈ। ਮਨਮੁਖ ਆਉਣ ਜਾਣ ਦੇ ਚੱਕਰ ਦੇ ਵਿੱਚ ਪਏ ਰਹਿੰਦੇ ਤੇ ਗੁਰਮੁਖ ਭਗਤੀ ਕਰਕੇ ਸੇਵਾ ਸਿਮਰਨ ਕਰਕੇ ਉਹ ਗੁਰੂ ਕੇ ਚਰਨਾਂ ਦੇ ਵਿੱਚ ਹੀ ਸਮਾ ਜਾਂਦੇ, ਲੀਨ ਹੋ ਜਾਂਦੇ ਨੇ, ਰੱਬ ਦੇ ਵਿੱਚ ਇੱਕਮਿਕ ਹੋ ਜਾਂਦੇ। ਆਸ ਕਹਿ ਕਿਰਪਾ ਦ੍ਰਿਸ਼ਟ ਅਬਲੋਕੀ। ਇਸ ਪ੍ਰਕਾਰ ਦੇ ਗਿਆਨਦਾਇਕ ਬਚਨ ਕਹਿ ਕੇ ਤੇ ਆਪਣੇ ਪਿਤਾ ਜੀ ਵੱਲ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖਿਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਪਿਤ ਕੇ ਉਰਤੇ ਮਾਇਆ ਰੋਕੀ। ਪਿਤਾ ਦੇ ਹਿਰਦੇ ਤੋਂ ਮਾਇਆ ਦਾ ਜਿਹੜਾ ਪ੍ਰਭਾਵ ਸੀ ਨਾ, ਉਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੋਕ ਦੇਣਾ ਕੀਤਾ। ਤਤ ਛਿਨ ਗਿਆਤ ਹਿਰਦੇ ਮਹਿ ਆਈ। ਜਦੋਂ ਮਾਇਆ ਦਾ ਪਰਦਾ ਦੂਰ ਕੀਤਾ ਤੇ ਤਤ ਛਿਨ ਉਸੇ ਵੇਲੇ ਹੀ ਗਿਆਤ ਹਿਰਦੇ ਦੇ ਵਿੱਚ ਆ ਗਈ ਹੈ। ਗੁਰੂ ਕੇ ਸਿੱਖੋ, ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਗੁਰੂ ਕਾ ਸਿੱਖ ਗਿਆਨ ਪ੍ਰਾਪਤ ਕਰਦਾ ਹੈ। ਆਤਮਿਕ ਅਡੋਲਤਾ ਦੀ ਅਵਸਥਾ ਦਾ ਗਿਆਨ ਗੁਰੂ ਕੀ ਕਿਰਪਾ ਦੇ ਨਾਲ ਹੁੰਦਾ ਹੈ। ਜਿਵੇਂ ਦੀਵੇ ਦੇ ਵਿੱਚ ਤੇਲ ਵੀ ਪਾਇਆ ਹੋਵੇ, ਬੱਤੀ ਵੀ ਪਾਈ ਹੋਵੇ, ਬਸ ਤੀਲੀ ਲਾਉਣ ਦੀ ਲੋੜ ਹੁੰਦੀ ਹੈ, ਉਸੇ ਵੇਲੇ ਦੀਵਾ ਜਗ ਪੈਂਦਾ। ਸਤਿਗੁਰੂ ਜੀ ਕਿਰਪਾ ਕਰਕੇ ਕਿਰਪਾ ਦ੍ਰਿਸ਼ਟੀ ਕਰਨ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਦੋਂ ਗਿਆਨ ਦਾ ਸੁਰਮਾ ਮਨ ਬੁੱਧ ਨੇਤਰਾ ਦੇ ਵਿੱਚ ਗਿਆਨ ਦਾ ਸੁਰਮਾ ਪਾ ਦੇਣ ਸਤਿਗੁਰੂ ਜੀ, ਤੇ ਫਿਰ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਨ ਮਦ ਉੱਤਰ ਗਏ ਸੁਧ ਪਾਈ। ਜਦੋਂ ਬਾਬਾ ਕਲਿਆਣ ਚੰਦ ਜੀ ਨੂੰ ਗਿਆਨ ਕਰਵਾ ਦਿੱਤਾ ਹੈ ਨਾ, ਕਵੀ ਜੀ ਕਹਿੰਦੇ ਨੇ ਕਿ ਗੁਰੂ ਕੇ ਸਿੱਖੋ ਐਸੀ ਹਾਲਤ ਹੋ ਗਈ ਜਿਵੇਂ ਕਿਸੇ ਨੂੰ ਬਹੁਤ ਜ਼ਿਆਦਾ ਨਸ਼ਾ ਚੜਿਆ ਹੋਵੇ। ਜਦੋਂ ਨਸ਼ਾ ਉਤਰ ਜਾਵੇ ਤੇ ਸਾਰੀ ਸੁੱਧ ਆ ਜਾਂਦੀ ਹੈ। ਬੋਲਿਓ ਕਰਕੇ ਭਾਉ ਕਨੇਰਾ। ਜਦੋਂ ਬਾਬਾ ਕਾਲੂ ਜੀ ਦੇ ਹਿਰਦੇ ਦੇ ਵਿੱਚ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਗਿਆਨ ਕਰਵਾ ਦਿੱਤਾ ਤੇ ਫਿਰ ਸਤਿਗੁਰੂ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਬਹੁਤਾ ਜ਼ਿਆਦਾ ਪ੍ਰੇਮ ਧਾਰਨ ਕਰਕੇ ਆਪਣੇ ਸੁਪੁੱਤਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਚਨ ਕਹਿਣ ਲੱਗੇ ਨੇ ਬੜੇ ਪ੍ਰੇਮ ਦੇ ਸਹਿਤ। ਮੈਂ ਜਾਣਤ ਰਹਿਓ ਸਤ ਮੇਰਾ। ਪੁੱਤਰ ਜੀਓ, ਮੈਂ ਤਾਂ ਤੁਹਾਨੂੰ ਜਾਣਦਾ ਰਿਹਾ ਕਿ ਆਮ ਜਿਵੇਂ ਸੰਸਾਰਕ ਪੁੱਤਰ ਹੁੰਦੇ ਨੇ, ਉਸੇ ਹੀ ਤਰ੍ਹਾਂ ਤੁਸੀਂ ਮੇਰੇ ਪੁੱਤਰ ਹੋ। ਮਹਾਪੁਰਖ ਤੁਮ ਦੀਨ ਦਇਆਲਾ। ਦੀਨ ਦਇਆਲ ਚੋਜੀ ਪ੍ਰੀਤਮ ਸਤਿਗੁਰੂ ਜੀਓ, ਤੁਸੀਂ ਮਹਾਪੁਰਖ ਹੋ ਅਤੇ ਦੀਨਾਂ ਗਰੀਬਾਂ ਦੇ ਉੱਪਰ ਦਇਆ ਕਰਨ ਵਾਲੇ ਹੋ, ਨਿਮਾਣੇ ਨਿਤਾਣਿਆਂ ਨੂੰ ਜੋ ਉਨਮਨੀ ਅਵਸਥਾ ਦੇ ਵਿੱਚ ਅਰੂੜ ਕਰਨ ਵਾਲੇ ਹੋ। ਮੁਝ ਉਰ ਦੀਜੈ ਗਿਆਨ ਵਿਸਾਲਾ। ਮੇਰੇ ਹਿਰਦੇ ਦੇ ਵਿੱਚ ਹੋਰ ਵੀ ਜਿਹੜਾ ਗੂੜਾ ਗਿਆਨ ਹੈ ਨਾ, ਉਹ ਦੇ ਦੇਣਾ ਕਰੋ ਕਿਰਪਾ ਕਰਕੇ। ਜਿਹ ਤੇ ਜਨਮ ਮਰਨ ਹੋਇ ਹਾਨਾ। ਜਿਸ ਗਿਆਨ ਦਾ ਕਰਕੇ ਮੇਰਾ ਜਨਮ ਮਰਨ ਨਾਸ ਹੋ ਜਾਵੇ, ਜਨਮ ਮਰਨ ਦੇ ਚੱਕਰ ਤੋਂ ਮੈਂ ਰਹਿਤ ਹੋ ਜਾਵਾਂ। ਉਪਜੈ ਅਬਚਲ ਆਨੰਦ ਮਹਾਨਾ। ਅਬਚਲ ਆਨੰਦ ਹੈ ਜਿਹੜਾ ਟਿਕਾਓ ਵਾਲਾ ਜਿਹੜਾ ਆਨੰਦ ਹੈ, ਉਹ ਆਨੰਦ ਮੈਨੂੰ ਪ੍ਰਾਪਤ ਹੋ ਜਾਵੇ ਹਿਰਦੇ ਦੇ ਵਿੱਚ। ਮੈਂ ਕੌਣ ਮੋਹਿ ਸੁਧ ਨਾਹੀ। ਮੈਂ ਕੌਣ ਹਾਂ, ਮੈਨੂੰ ਕੋਈ ਵੀ ਖਬਰਸਾਰ ਨਹੀਂ ਹੈ, ਮੈਨੂੰ ਇਹ ਕੋਈ ਗਿਆਨ ਨਹੀਂ ਹੈ ਕਿ ਮੈਂ ਕੌਣ ਹਾਂ। ਰਹੇ ਹੋ ਹਰਖ ਸ਼ੋਕ ਕੇ ਮਾਹੀ। ਮੈਂ ਖੁਸ਼ੀ ਗਮੀ ਦੇ ਵਿੱਚ ਹੀ ਰਹਿੰਦਾ ਹਾਂ ਸਦਾ ਵਾਸਤੇ। ਜੇ ਸੁੱਖ ਆ ਜਾਵੇ ਤੇ ਫਿਰ ਬਹੁਤਾ ਜ਼ਿਆਦਾ ਸੁੱਖ, ਜੋ ਖੁਸ਼ ਤੇ ਜੇ ਕਿਤੇ ਕੋਈ ਗਮੀ ਆ ਜਾਵੇ ਤੇ ਫਿਰ ਬਹੁਤ ਜ਼ਿਆਦਾ ਹਿਰਦਾ ਉਦਾਸ ਹੋ ਜਾਂਦਾ ਹੈ। ਇੱਕ ਛਿਨ ਮਨ ਥਿਤ ਹੋਵਹਿ ਨਾਹੀ। ਇੱਕ ਛਿਨ ਮਾਤਰ ਵੀ ਮਨ ਟਿਕਾਓ ਦੇ ਵਿੱਚ ਨਹੀਂ ਆਉਂਦਾ। ਮਨ ਦੀ ਬਿਰਤੀ ਹੈ ਜਿਹੜੀ, ਇਹ ਟਿਕਦੀ ਨਹੀਂ ਹੈ। ਤੋ ਆਪ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਹੀ ਮਨ ਦੀ ਬਿਰਤੀ ਟਿਕਾਓ ਦੇ ਵਿੱਚ ਆ ਸਕਦੀ ਹੈ। ਅਸੀਂ ਸੰਸਾਰਕ ਜੀਵਾਂ ਦੇ ਜ਼ੋਰ ਦੇ ਨਾਲ ਨਹੀਂ, ਕਿਉਂਕਿ ਜੋਰ ਨਾ ਜੀਵਨ ਮਰਨ ਹੈ ਜੋਰ ਨਾ ਰਾਜ ਮਾਲ ਮਨ ਸੂਰ। ਨਾ ਤਾਂ ਰਾਜ ਭਾਗ ਜੋਰ ਦੇ ਨਾਲ ਪ੍ਰਾਪਤ ਹੁੰਦਾ, ਤੇ ਜਿਹੜਾ ਮਨ ਦਾ ਸ਼ੋਰ ਹੈ, ਮਨ ਦੇ ਅੰਦਰ ਜਿਹੜਾ ਰੌਲਾ ਪੈਂਦਾ ਹੈ ਅਗਿਆਨਤਾ ਦੇ ਸਹਿਤ ਹੋਣ ਕਰਕੇ, ਇਹ ਵੀ ਸਾਡੇ ਜੋਰ ਦੇ ਨਾਲ ਨਹੀਂ ਖਤਮ ਹੋ ਸਕਦਾ। ਆਪ ਹੀ ਕਿਰਪਾ ਕਰੋ ਜੀ। ਰਾਗ ਦੁਆਖ ਕੇ ਮਾਹੀ। ਖੁਸ਼ੀ ਗਮੀ ਦੇ ਵਿੱਚ ਹੀ ਮੈਂ, ਈਰਖਾ ਬਖੀਲੀ ਦੇ ਵਿੱਚ, ਖੁਸ਼ੀ ਗਮੀ ਦੇ ਵਿੱਚ ਹੀ ਮੈਂ ਸਦਾ ਵਾਸਤੇ ਵਿਚਰਦਾ ਹਾਂ। ਇਸ ਪ੍ਰਕਾਰ ਲਿਖ
ਲਖ ਪਤ ਜਗਿਆਸਾ। ਤੇ ਇਸ ਪ੍ਰਕਾਰ ਆਪਣੇ ਪਿਤਾ ਜੀ ਦੀ ਇੱਛਾ ਜਾਣ ਕੇ ਜਗਿਆਸੂ ਉਹਨੂੰ ਕਹਿੰਦੇ ਨੇ ਕਿ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਚਾਹ ਪੈਦਾ ਹੋ ਜਾਵੇ, ਇੱਛਾ ਪੈਦਾ ਹੋ ਜਾਵੇ, ਆਸ ਪੈਦਾ ਹੋ ਜਾਵੇ ਕਿ ਸਤਿਗੁਰੂ ਜੀਓ ਆਪ ਜੀ ਦੇ ਉੱਪਰ ਭਰੋਸਾ ਹੈ, ਤੁਮਰੀ ਆਸ ਭਰੋਸਾ ਤੁਮਰਾ। ਤੋ ਹੈ ਸਤਿਗੁਰੂ ਜੀ ਆਪ ਜੀ ਦਾ ਭਰੋਸਾ ਹੈ, ਆਪ ਜੀ ਨੇ ਪ੍ਰਮਾਤਮਾ ਦੇ ਨਾਲ ਮਿਲਾਉਣਾ ਹੈ। ਤੋ ਆਪ ਜੀ ਦੇ ਅੱਗੇ ਹੀ ਤਰਲਾ ਹੈ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾ ਲਗ ਚਿਤ ਨਾ ਆਵਈ। ਸਤਿਗੁਰੂ ਜੀ ਉਹ ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਸਾਡਾ ਨਿਮਾਣਿਆਂ ਦਾ ਤੂੰ ਹੀ ਹੈ, ਆਪ ਹੀ ਕਿਰਪਾ ਕਰੋ। ਗਿਆਨ ਜੋ ਭਗਤੀ ਦੇ ਸਹਿਤ ਗਿਆਨ ਦੇ ਦੇਣਾ ਕਰੋ ਜੀ ਕਿਰਪਾ ਕਰਕੇ। ਬੋਲੇ ਬਚਨ ਗਿਆਨ ਕੇ ਰਾਸਾ। ਹਾਂਜੀ, ਗਿਆਨ ਦੇ ਸਮੁੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗਿਆਨ ਦੇ ਸਹਿਤ ਪਾਵਨ ਪਵਿੱਤਰ ਬਚਨ ਬੋਲੇ ਨੇ। ਗਿਆਨ ਦੇਣ ਵਾਲੇ, ਗਿਆਨ ਦੀ ਅਵਧੀ, ਗਿਆਨ ਦਾ ਖਜ਼ਾਨਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਭਾਈਮਾਨ ਮੁਖਾਰਬਿੰਦ ਤੋਂ ਬਚਨ ਬੋਲੇ। ਕਹਿਣ ਲੱਗੇ ਪਰਮੇਸ਼ਰ ਤੇ ਬੇਮੁਖ ਜੋਈ। ਸਤਿਗੁਰੂ ਜੀ ਕਹਿਣ ਲੱਗੇ ਕਿ ਪਿਤਾ ਜੀਓ ਜਿਹੜੇ ਜੀਵ ਪਰਮੇਸ਼ਰ ਤੋਂ ਬੇਮੁਖ ਹੋ ਗਏ ਨੇ, ਮਨ ਜੋ ਨਾਮ ਲਖੀਜੈ ਸੋਈ। ਜਿਹੜੇ ਪਰਮੇਸ਼ਰ ਤੋਂ, ਜੋ ਪਰਮੇਸ਼ਰ ਤੋਂ ਬੇਮੁਖ ਹੈ ਨਾ, ਉਹਨੂੰ ਹੀ ਮਨ ਕਿਹਾ ਜਾਂਦਾ ਹੈ। ਸੰਕਲਪੋ ਵਿਕਲਪੋ ਹੀ ਮਨਾ, ਇਹਨੂੰ ਹੀ ਮਨ ਕਿਹਾ ਜਾਂਦਾ ਹੈ, ਜਿਹਦੇ ਵਿੱਚ ਸੰਕਲਪ ਵਿਕਲਪ ਉੱਠਦੇ ਨੇ। ਜੋ ਪਰਮੇਸ਼ਰ ਤੋਂ ਬੇਮੁਖ ਹੈ ਉਹਨੂੰ ਹੀ ਮਨ ਕਿਹਾ ਜਾਂਦਾ ਹੈ, ਉਹਦਾ ਨਾਮ ਮਨ ਹੈ। ਜੋ ਸਰੂਪ ਸਨਮੁਖ ਹੋਇ ਲਾਗਾ। ਜਿਹੜਾ ਸਰੂਪ ਦੇ ਸਨਮੁਖ ਹੋ ਕੇ ਲੱਗ ਗਿਆ ਹੈ। ਕਹਿਣ ਤੋਂ ਭਾਵ ਕਿ ਜਿਹੜਾ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਸਨਮੁਖ ਜਾਣਦਾ ਹੈ, ਸਾਹਮਣੇ ਜਾਣਦਾ, ਹਾਜ਼ਰ ਨਾਜ਼ਰ ਜਾਣਦਾ ਹੈ, ਭਇਓ ਅਮਨ ਸੋ ਲਖ ਹੋ ਸੁਭਾਗਾ। ਉਹ ਆਮਾਨ ਹੋ ਗਿਆ ਹੈ, ਉਹ ਚੰਗੇ ਭਾਗਾਂ ਵਾਲਾ ਹੋ ਗਿਆ। ਉਹ ਮਨ ਨਹੀਂ ਰਿਹਾ, ਉਹ ਆਮਾਨ ਹੋ ਗਿਆ ਹੈ, ਜਿਹੜਾ ਸਨਮੁਖ ਹੋ ਗਿਆ ਹੈ ਪ੍ਰਮਾਤਮਾ ਵਾਹਿਗੁਰੂ ਜੀ ਦੇ। ਜਿਹੜਾ ਇਹ ਕਹਿੰਦਾ ਹੈ ਕਿ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਸਤਿਗੁਰੂ ਜੀ ਨੂੰ ਸਾਹਮਣੇ ਜਾਣਦਾ, ਹਾਜ਼ਰ ਨਾਜ਼ਰ ਜਾਣਦਾ ਹੈ, ਤੇ ਉਹ ਇਹੋ ਹੀ ਕਹਿੰਦਾ ਹੈ ਕਿ ਪੂਰੇ ਸਤਿਗੁਰੂ ਜੀ ਸਦਾ ਵਾਸਤੇ ਹਾਜ਼ਰ ਨਾਜ਼ਰ ਹੈ। ਜਿਵੇਂ ਭਗਤ ਕਬੀਰ, ਭਗਤ ਰਵਿਦਾਸ ਜੀ ਨੇ ਵੀ ਬਚਨ ਕੀਤੇ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਕਿ ਉਹ ਪ੍ਰਮਾਤਮਾ ਵਾਹਿਗੁਰੂ ਕਹੋ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਏ ਸੋ ਹੋਈ। ਜਿਨ੍ਹਾਂ ਨੂੰ ਜਰਰੇ ਜਰਰੇ ਦੇ ਵਿੱਚ ਪ੍ਰਮਾਤਮਾ ਦਿਖਾਈ ਦਿੰਦਾ ਹੈ ਨਾ, ਉਹ ਕਹਿੰਦੇ ਨੇ ਕਿ ਪ੍ਰਮਾਤਮਾ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਇਸੇ ਹੀ ਤਰ੍ਹਾਂ ਭਗਤ ਨਾਮਦੇਵ ਜੀ ਬਚਨ ਕਰਦੇ ਨੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਏ। ਤੋ ਇਸ ਪ੍ਰਕਾਰ ਦੇ ਬਚਨ ਕੀਤੇ ਨੇ। ਤੋ ਇਸੇ ਹੀ ਤਰ੍ਹਾਂ ਜੋ ਭਗਤ ਨਾਮਦੇਵ ਜੀ ਨੇ ਇਸੇ ਸ਼ਬਦ ਦੇ ਅਖੀਰ ਦੇ ਵਿੱਚ ਬਚਨ ਕੀਤੇ ਕਿ ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਸਾਰੇ ਘਟਾਂ ਦੇ ਵਿੱਚ ਹੈ, ਸਾਰੇ ਜੀਵਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਉਹ ਪ੍ਰਮਾਤਮਾ ਵਾਹਿਗੁਰੂ ਸਾਡੇ ਸਨਮੁਖ ਹੈ, ਸਾਡੇ ਸਾਹਮਣੇ ਹੈ। ਤੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਾਹਮਣੇ ਜਾਣਿਆ ਉਹਨਾਂ ਦਾ ਮਨ ਆਮਾਨ ਹੋ ਗਿਆ, ਉਹਨਾਂ ਦਾ ਮਨ ਨਹੀਂ ਰਿਹਾ, ਮਨ ਦੇ ਵਿੱਚੋਂ ਸੰਕਲਪ ਖਤਮ ਹੋ ਗਏ ਨੇ ਅਤੇ ਉਹ ਭਾਗਾਂ ਵਾਲੇ ਨੇ। ਜਿਉ ਰੱਬ ਬੇਮੁਖ ਬਰਫ਼ ਹੋਇ ਜਾਵੇ। ਜਿਵੇਂ ਸੂਰਜ ਤੋਂ ਬੇਮੁਖ ਹੋ ਜਾਵੇ ਬਰਫ਼, ਸੂਰਜ ਤੋਂ ਓਹਲੇ ਹੋ ਜਾਵੇ ਬਰਫ਼। ਸਨਮੁਖ ਤੇ ਸੋ ਜਲ ਪਦ ਪਾਵੇ। ਜਦੋਂ ਸੂਰਜ ਦੇ ਸਾਹਮਣੇ ਹੋਵੇ ਬਰਫ਼, ਸੂਰਜ ਦੀਆਂ ਕਿਰਨਾਂ ਬਰਫ਼ ਦੇ ਉੱਤੇ ਪੈਣ ਤੇ ਜਿਹੜੀ ਬਰਫ਼ ਹੈ ਨਾ, ਬਰਫ਼ ਉਹ ਫਿਰ ਜਲ ਦਾ ਰੂਪ ਧਾਰਨ ਕਰ ਲੈਂਦੀ ਹੈ। ਤਿਉ ਇਸ ਮਨ ਕੀ ਗਤ ਲਖ ਲੀਜੈ। ਤਿਵੇਂ ਹੀ ਇਹ ਮਨ ਦੀ ਗਤ ਮਿਤ ਮਰਿਆਦਾ ਜਾਣ ਲੈਣਾ ਕਰੋ, ਮਨ ਦੀ ਹਾਲਤ ਜਾਣ ਲੈਣਾ ਕਰੋ। ਪਰਮੇਸ਼ਰ ਦੇਸ਼ ਦ੍ਰਿੜ ਸੋ ਕਰੀਜੈ। ਪਰਮੇਸ਼ਰ ਵੱਲ ਇਹ ਮਨ ਨੂੰ ਟਿਕਾ ਲੈਣਾ ਕਰੋ ਗੁਰੂ ਕੇ ਸਿੱਖੋ, ਪ੍ਰੇਮ ਧਾਰਨ ਕਰਕੇ। ਜੇ ਮਨ ਦਾ ਟਿਕਾਓ ਨਹੀਂ ਬਣਦਾ ਨਾ ਤੇ ਸਤਿਗੁਰੂ ਜੀ ਦੇ ਅੱਗੇ ਤਰਲਾ ਲੈਣਾ ਕਰੀਏ ਕਿ ਸਤਿਗੁਰੂ ਜੀ ਉਹ ਆਪ ਕਿਰਪਾ ਕਰੋ, ਸਾਡੇ ਮਨ ਨੂੰ ਟਿਕਾਓ ਬਖਸ਼ੋ ਜੀ। ਹਰਖ ਸ਼ੋਕ ਪੁਨ ਰਾਗ ਜਦਵੈਖਾ। ਹਰਖ ਸੋਗ ਖੁਸ਼ੀ ਗਮੀ ਹੈ ਜਿਹੜੀ, ਤੋ ਹਰਖ ਸੋਗ ਖੁਸ਼ੀ ਗਮੀ ਤੇ ਰਾਗ ਦੁਐਖ ਹੈ ਜਿਹੜਾ,
ਕਹਿਣ ਤੋਂ ਭਾਵ ਕਿ ਜੋ ਇਹ ਮਨ ਹੈ ਨਾ, ਇਹ ਮਨ ਖੁਸ਼ੀ ਗਮੀ ਦੇ ਵਿੱਚ ਪੈ ਕੇ ਤੇ ਮੋਹ ਮਾਇਆ ਮਮਤਾ ਦੇ ਵਿੱਚ ਪੈ ਕੇ ਮਨ ਟਿਕਾਓ ਦੇ ਵਿੱਚ ਨਹੀਂ ਰਹਿੰਦਾ। ਤੇ ਗੁਰੂ ਕਾ ਸਿੱਖ ਜਦੋਂ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਬੇਨਤੀ ਕਰੇ ਤੇ ਉਸ ਸਮੇਂ ਸਤਿਗੁਰੂ ਜੀ ਆਪੇ ਹੀ ਕਿਰਪਾ ਕਰਕੇ ਮਨ ਨੂੰ ਟਿਕਾਓ ਬਖਸ਼ਦੇ ਹਨ। ਹਰਖ ਸੋਗ ਖੁਸ਼ੀ ਗਮੀ ਤੇ ਰਾਗ ਦੁਐਖ ਹੈ ਜਿਹੜਾ, ਜੋ ਪ੍ਰੇਮ ਕਰਨਾ ਕਿਸੇ ਦੇ ਨਾਲ ਤੇ ਕਿਸੇ ਦੇ ਨਾਲ ਈਰਖਾ ਕਰਨੀ। ਜੋ ਜਿਵੇਂ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਚਨ ਕੀਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਕਿ ਗੁਰੂ ਕੇ ਸਿੱਖਾ ਪ੍ਰਾਣਾਧਾਰੀ ਜੀਵ, ਜਦੋਂ ਤੱਕ ਕਿਸੇ ਨੂੰ ਤੂੰ ਮਿੱਤਰ ਤੇ ਕਿਸੇ ਨੂੰ ਵੈਰੀ ਸਮਝਦਾ ਹੈ ਨਾ, ਉਹਨਾਂ ਸਮਾਂ ਤੇਰਾ ਮਨ ਟਿਕਾਓ ਦੇ ਵਿੱਚ ਨਹੀਂ ਆ ਸਕਦਾ। ਕਿਵੇਂ ਬਚਨ ਨੇ ਸਤਿਗੁਰੂ ਜੀ ਨੇ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ। ਜਦੋਂ ਹਰਖ ਸੋਗ ਦੇ ਵਿੱਚ, ਰਾਗ ਦੁਐਖ ਦੇ ਵਿੱਚ, ਈਰਖਾ ਦੇ ਵਿੱਚ, ਸਾੜੇ ਦੀ ਅੱਗ ਦੇ ਵਿੱਚ ਇਹ ਜੀਵ ਹੈ ਨਾ, ਕਿਸੇ ਨੂੰ ਮਿੱਤਰ ਜਾਣਦਾ, ਕਿਸੇ ਨੂੰ ਦੁਸ਼ਮਣ ਸਮਝਦਾ ਏ। ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ। ਚਿੱਤ ਬਿਰਤੀ ਇਕਾਗਰ ਨਹੀਂ ਰਹਿੰਦੀ, ਉਹਨਾਂ ਸਮਾਂ ਈਰਖਾ ਦੀ ਅੱਗ ਦੇ ਵਿੱਚ ਹੀ ਸੜਦਾ ਰਹਿੰਦਾ ਹੈ। ਤਿਨ ਤੇ ਹੋਇ ਹੈ ਸਥਿਤ ਵਿਸ਼ੇਖਾ। ਇਹ ਜੋ ਹਰਖ ਸੋਗ ਤੋਂ, ਖੁਸ਼ੀ ਗਮੀ ਤੋਂ, ਰਾਗ ਦਵੈਕ ਤੋਂ, ਈਰਖਾ ਬਖੀਲੀ ਤੋਂ, ਨਿੰਦਿਆ ਚੁਗਲੀ ਤੋਂ ਰਹਿਤ ਹੋ ਕੇ ਤੇ ਆਪਣੇ ਮਨ ਨੂੰ ਅਸਥਿਰ ਕਰਨ ਦਾ, ਟਿਕਾਉਣ ਦਾ ਯਤਨ ਕਰਦਾ ਹੈ ਨਾ, ਤੇ ਫੇਰ ਤਿੰਨ ਤੇ ਹੋਇਆ ਹੈ ਅਸਥਿਤ ਵਿਸ਼ੇਖਾ। ਵਿਸ਼ੇਸ਼ ਕਰਕੇ ਮਨ ਟਿਕਾਓ ਦੇ ਵਿੱਚ ਆ ਜਾਂਦਾ ਹੈ ਜਦੋਂ ਵੈਰ ਭਾਵਨਾ ਹਿਰਦੇ ਦੇ ਵਿੱਚੋਂ ਕੱਢ ਦਿੰਦਾ। ਵੈਰ ਭਾਵਨਾ ਨਿਕਲ ਗਈ, ਕਿਸੇ ਦੇ ਪ੍ਰਤੀ ਈਰਖਾ ਨਹੀਂ ਆਵੇਗੀ, ਸਾੜਾ ਨਹੀਂ ਆਵੇਗਾ, ਤੇ ਜਦੋਂ ਇਹ ਨਿਕਲ ਗਏ ਫਿਰ ਮਨ ਟਿਕਾਓ ਦੇ ਵਿੱਚ ਆ ਜਾਵੇਗਾ। ਗੁਰਮੁਖਾਂ ਦਾ ਸੁਭਾਅ ਤਾਂ ਇੱਥੋਂ ਤੱਕ ਹੁੰਦਾ ਹੈ, ਜਿਹੜਾ ਵੱਡੇ ਤੋਂ ਵੱਡਾ ਦੁਸ਼ਮਣ ਹੈ ਨਾ, ਇੱਥੋਂ ਤੱਕ ਕਿ ਪੰਥ ਦਾ ਵੀ ਦੁਸ਼ਮਣ ਹੋਵੇ, ਉਹਦੇ ਪ੍ਰਤੀ ਵੀ ਗੁਰਮੁਖਾਂ ਦੇ ਮਨ ਦੇ ਵਿੱਚ ਸਾੜਾ ਨਹੀਂ ਹੁੰਦਾ। ਜਦੋਂ ਜੇ ਕਿਤੇ ਸਾਹਮਣੇ ਆ ਜਾਵੇ ਨਾ, ਉਹਨੂੰ ਗੱਡੀ ਜ਼ਰੂਰ ਚੜਾ ਦਿੰਦੇ ਨੇ। ਕਹਿਣ ਤੋਂ ਭਾਵ ਕਿ ਜੋ ਪੰਥ ਦੇ ਨਾਲ ਉਹਨੇ ਵਾਅਦਾ ਕੀਤਾ ਹੁੰਦਾ, ਪੰਥ ਦੇ ਉੱਤੇ ਜ਼ੁਲਮ ਕੀਤਾ ਹੁੰਦਾ, ਗੁਰੂ ਘਰ ਦੇ ਉੱਪਰ ਜੋ ਅਨੇਕਾਂ ਤਰ੍ਹਾਂ ਦੀ ਗੁਰੂ ਘਰ ਦੀ ਬੇਅਦਬੀ ਕੀਤੀ ਹੁੰਦੀ, ਉਹ ਬਦਲਾ ਲੈਣ ਵਾਸਤੇ ਤਾਂ, ਜੋ ਉਹਦੇ ਕੋਲੋਂ ਹਿਸਾਬ ਕਿਤਾਬ ਲੈਣ ਵਾਸਤੇ ਤਾਂ ਗੁਰੂ ਕੇ ਸਿੱਖ ਤਿਆਰ ਰਹਿੰਦੇ ਨੇ, ਪਰ ਹਰ ਟਾਈਮ ਉਹਦੇ ਪ੍ਰਤੀ ਈਰਖਾ ਨਹੀਂ ਰੱਖਦੇ। ਤੋ ਜਦੋਂ ਕਿਤੇ ਸਾਹਮਣੇ ਆ ਜਾਵੇ ਤੇ ਉਸ ਸਮੇਂ ਗੁਰੂ ਕੇ ਸਿੱਖ ਪਿੱਛੇ ਵੀ ਨਹੀਂ ਹਟਦੇ, ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਗੁਰੂ ਕਾ ਪਿਆਰ ਹੁੰਦਾ ਹੈ। ਤੋ ਐਸੀ ਉਹਨਾਂ ਦੀ ਬਿਰਤੀ ਹੈ। ਗੁਰਸਿੱਖਾਂ ਦੇ ਪ੍ਰਤੀ ਤਾਂ ਕੀ ਸਾੜਾ ਰੱਖਣਾ ਹੈ ਉਹਨਾਂ ਨੇ, ਆਪਣਿਆਂ ਦੇ ਪ੍ਰਤੀ ਤਾਂ ਕੀ ਰੱਖਣਾ। ਦੁਸ਼ਮਣ ਦਾ ਵੀ ਭਲਾ ਕਰਦੇ ਨੇ ਉਹ ਗੁਰੂ ਕੇ ਸਿੱਖ ਪਿਆਰੇ, ਐਸੇ ਉੱਚੀ ਸੁੱਚੀ ਬਿਰਤੀ ਵਾਲੇ ਹੁੰਦੇ। ਸਰਬ ਥਾਨ ਸਭ ਜੀਵਨ ਮਾਹੀ। ਸਤਿਗੁਰੂ ਜੀ ਬਚਨ ਕਰਦੇ ਕਿ ਗੁਰੂ ਕੇ ਸਿੱਖੋ, ਪਿਤਾ ਜੀਓ, ਸਾਰੀ ਥਾਵਾਂ ਦੇ ਉੱਤੇ ਅਤੇ ਸਾਰੇ ਜੀਵਾਂ ਦੇ ਵਿੱਚ ਪਰਮੇਸ਼ਰ ਬਿਨ ਦੂਜੋ ਨਹੀਂ। ਪਰਮੇਸ਼ਰ ਤੋਂ ਬਿਨ ਦੂਜਾ ਕੋਈ ਵੀ ਨਹੀਂ ਹੈ, ਇਹ ਜਾਣ ਲੈਣਾ ਕਰੋ। ਜਰਰੇ ਜਰਰੇ ਦੇ ਵਿੱਚ ਸਮਾਇਆ ਹੋਇਆ ਹੈ ਉਹ ਪ੍ਰਮਾਤਮਾ ਵਾਹਿਗੁਰੂ, ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਧਰਨੀ ਸਰਬ ਬਿਖੈ ਜਲ ਜੈਸੇ। ਜਿਵੇਂ ਸਾਰੀ ਧਰਤੀ ਦੇ ਵਿੱਚ ਜਲ ਹੈ ਨਾ, ਜਲ ਤੋਂ ਬਿਨਾਂ ਧਰਤੀ ਕਿਤੇ ਵੀ ਨਹੀਂ ਹੈ। ਪਰਮਾਤਮ ਰਹਿਓ ਪੂਰ ਸੋ ਐਸੇ। ਪਰਮਾਤਮਾ ਇਸੇ ਹੀ ਤਰ੍ਹਾਂ ਪਰਿਪੂਰਨ ਹੋ ਰਿਹਾ ਹੈ। ਤੁਮ ਜੇ ਕਹੋ ਨਹਿ ਦੇਤ ਦਸਾਈ। ਜੇ ਤੁਸੀਂ ਕਹੋ ਕਿ ਪਰਮਾਤਮਾ ਦਿਖਾਈ ਨਹੀਂ ਦਿੰਦਾ, ਸੋ ਬਿਦ ਨੀਕੀ ਦਿਓ ਬਤਾਈ। ਉਹ ਜਿਹੜਾ ਚੰਗਾ ਤਰੀਕਾ ਹੈ ਨਾ, ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ। ਜਿਵੇਂ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਵੀ ਬਚਨ ਕੀਤੇ ਨੇ ਕਿ ਉਹ ਪਰਮਾਤਮਾ ਸਰਬ ਵਿਆਪੀ ਹੈ, ਸਾਰੇ ਜੀਵਾਂ ਦੇ ਵਿੱਚ ਪਰਿਪੂਰਨ ਹੋ ਰਿਹਾ। ਪੋਹਪ ਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਪਰਮਾਤਮਾ ਕਿਵੇਂ ਪਰਿਪੂਰਨ ਹੈ? ਫੁੱਲ ਦੇ ਵਿੱਚ ਵਾਸ਼ਨਾ ਵਸਦੀ ਹੈ, ਸੁਗੰਧੀ ਹੈ। ਫੁੱਲ ਦੀ ਸੁਗੰਧੀ ਅੱਖਾਂ ਦੇ ਨਾਲ ਨਹੀਂ ਦੇਖੀ ਜਾ ਸਕਦੀ। ਜੋ ਉਹਨੂੰ ਕਿਸੇ ਵੀ ਪ੍ਰਕਾਰ ਫੁੱਲ ਦੀ ਸੁਗੰਧੀ ਨੂੰ ਤੋਲਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ। ਫੁੱਲ ਦੀ ਜਿਹੜੀ ਸੁਗੰਧੀ ਹੈ ਨਾ, ਇਹ ਨਾਸਕਾਂ ਦੇ ਰਾਹੀਂ ਪ੍ਰਤੀਤ ਕੀਤੀ ਜਾਂਦੀ ਹੈ। ਪੋਹਪ ਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਫਿਰ ਦੂਜੀ ਉਦਾਹਰਨ ਹੈ, ਜਿਹੜਾ ਸ਼ੀਸ਼ਾ ਹੈ ਨਾ, ਉਹਦੇ ਵਿੱਚ ਪ੍ਰਤੀਬਿੰਬ ਦਿਖਾਈ ਦਿੰਦਾ ਹੈ।
ਤੇ ਜੇ ਉਹ ਪ੍ਰਤੀਬਿੰਬ ਨੂੰ, ਉਹ ਤਸਵੀਰ ਨੂੰ ਕੋਈ ਪਕੜਨਾ ਚਾਹੇ, ਫੜਨਾ ਚਾਹੇ ਤੇ ਉਹ ਨਹੀਂ ਫੜੀ ਜਾਂਦੀ। ਤੋ ਇਸੇ ਹੀ ਤਰ੍ਹਾਂ ਪੋਹ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਹੀ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਫਿਰ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਕੀਆ। ਹਰੇਕ ਪ੍ਰਕਾਰ ਦੀ ਲੱਕੜ ਦੇ ਵਿੱਚ ਅੱਗ ਹੈ। ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਕੀਆ। ਹਰੇਕ ਪ੍ਰਕਾਰ ਦੇ ਦੁੱਧ ਦੇ ਵਿੱਚ ਘਿਓ ਹੈ। ਜਿਹੜੀ ਅੱਗ ਹੈ ਉਹ ਲੱਕੜ ਦੇ ਵਿੱਚੋਂ ਤਾਂ ਪ੍ਰਜਵਲਿਤ ਹੁੰਦੀ ਹੈ, ਤਾਂ ਪ੍ਰਗਟ ਹੁੰਦੀ ਹੈ ਜੇ ਬਾਹਰੋਂ ਅੱਗ ਲਾਈ ਜਾਵੇ, ਬਾਹਰੋਂ ਅੱਗ ਪ੍ਰਜਵਲਿਤ ਕੀਤੀ ਜਾਵੇ ਤੇ ਲੱਕੜ ਦੇ ਵਿੱਚ ਜਿਹੜੀ ਗੁਪਤ ਅੱਗ ਹੈ ਨਾ ਉਹ ਪ੍ਰਗਟ ਹੋ ਜਾਂਦੀ ਹੈ। ਤੋ ਇਸੇ ਹੀ ਤਰ੍ਹਾਂ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਕੀਆ। ਹਰੇਕ ਪ੍ਰਕਾਰ ਦੇ ਦੁੱਧ ਦੇ ਵਿੱਚ ਘਿਓ ਹੈ, ਪਰ ਬੜੇ ਯਤਨ ਕਰਕੇ ਦੁੱਧ ਕੱਢਿਆ ਜਾਂਦਾ ਹੈ। ਤੋ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਕਿ ਜੋ ਦੁੱਧ ਕੱਢਣ ਦਾ ਤਰੀਕਾ ਦੱਸਿਆ ਹੈ, ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਤੋ ਜਿਵੇਂ ਪਹਿਲਾਂ ਦੁੱਧ ਨੂੰ ਗਰਮ ਕੀਤਾ ਜਾਂਦਾ ਹੈ, ਦੁੱਧ ਚੋ ਕੇ ਤੇ ਦੁੱਧ ਨੂੰ ਗਰਮ ਕੀਤਾ ਜਾਂਦਾ ਹੈ ਤੇ ਫਿਰ ਜਦੋਂ ਜਾਗ ਲਾਉਣ ਦੇ, ਖੱਟਾ ਲਾਉਣ ਦੇ ਜੋ ਜੋਗ ਹੋ ਜਾਵੇ ਫਿਰ ਉਹਦੇ ਵਿੱਚ ਖੱਟਾ ਪਾ ਦਿੱਤਾ ਜਾਂਦਾ ਹੈ, ਥੋੜ੍ਹਾ ਜਿਹਾ ਮਾਤਰਾ ਦੇ ਅਨੁਸਾਰ ਹੀ ਜਿੰਨੀ ਕੁ ਲੋੜ ਹੋਵੇ। ਤੇ ਫਿਰ ਸਵੇਰ ਨੂੰ ਉੱਠ ਕੇ ਜਦੋਂ ਦੇਖੀਏ ਤੇ ਉਹ ਦੁੱਧ ਜੰਮਿਆ ਹੁੰਦਾ ਹੈ। ਫਿਰ ਦੁੱਧ ਨੂੰ ਰਿੜਕਿਆ ਜਾਂਦਾ ਹੈ, ਬੜੇ ਚੰਗੇ ਤਰੀਕੇ ਦੇ ਨਾਲ ਰਿੜਕਿਆ ਜਾਂਦਾ ਹੈ। ਜਿੰਨੇ ਕੁ ਗਰਮ ਪਾਣੀ ਦੀ ਲੋੜ ਹੈ ਗਰਮ ਪਾਣੀ ਪਾਇਆ ਜਾਂਦਾ, ਠੰਡੇ ਪਾਣੀ ਦੀ ਲੋੜ ਹੈ ਠੰਡਾ ਪਾਇਆ ਜਾਂਦਾ ਤੇ ਮਾਈਆਂ ਬੀਬੀਆਂ ਫਿਰ ਉਹਨੂੰ ਰਿੜਕਦੀਆਂ ਨੇ ਬੜੇ ਚੰਗੇ ਤਰੀਕੇ ਦੇ ਨਾਲ, ਜੋ ਸਾਵਧਾਨਤਾ ਦੇ ਨਾਲ ਰਿੜਕਿਆ ਜਾਂਦਾ ਹੈ। ਤੇ ਜੇ ਥੋੜੀ ਜੀ ਸਾਵਧਾਨੀ ਨਾ ਰਹੇ ਤੇ ਫਿਰ ਮੱਖਣ ਨਹੀਂ ਆਉਂਦਾ। ਬੜੀ ਸਾਵਧਾਨੀ ਦੇ ਨਾਲ ਸਿਆਣੀਆਂ ਮਾਈਆਂ ਰਿੜਕਦੀਆਂ ਨੇ, ਰਿੜਕ ਕੇ ਤੇ ਫਿਰ ਉਹਦੇ ਉੱਤੇ ਜਦੋਂ ਮੱਖਣ ਆ ਜਾਂਦਾ ਹੈ ਨਾ, ਮੱਖਣ ਕੱਢ ਲਿਆ ਜਾਂਦਾ ਹੈ ਤੇ ਫਿਰ ਲੱਸੀ ਰਹਿ ਜਾਂਦੀ ਹੈ। ਇਸ ਪ੍ਰਕਾਰ ਫਿਰ ਉਹ ਮੱਖਣ ਨੂੰ ਗਰਮ ਕੀਤਾ ਜਾਂਦਾ ਹੈ, ਉਹ ਵੀ ਬੜੇ ਧਿਆਨ ਦੇ ਨਾਲ ਮੱਖਣ ਗਰਮ ਕੀਤਾ ਜਾਂਦਾ ਹੈ। ਮੱਖਣ ਨੂੰ ਗਰਮ ਕਰਕੇ ਤੇ ਜੋ ਘਿਓ ਹੈ ਉਹ ਫਿਰ ਨਿਕਲਦਾ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਆਪਣੀ ਪਾਵਨ ਬਾਣੀ ਦੇ ਵਿੱਚ। ਤੋ ਗੁਰੂ ਕੇ ਪਿਆਰਿਓ, ਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਇਹ ਤਰੀਕਾ ਦੱਸਿਆ। ਭਗਤ ਕਬੀਰ ਜੀ ਵੀ ਕਹਿੰਦੇ ਨੇ ਕਿ ਹਰ ਕਾ ਬਿਲੋਵ ਨਾ ਬਿਲੋਵਹੁ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਹਰ ਕਾ ਬਿਲੋਵਨਾ ਮਨ ਕਾ ਵਿਚਾਰਾ। ਇਸ ਪ੍ਰਕਾਰ ਦੇ ਅਨੇਕਾਂ ਬਚਨ ਕੀਤੇ ਨੇ ਭਗਤ ਕਬੀਰ ਜੀ ਨੇ। ਸਤਿਗੁਰੂ ਜੀ ਦੇ ਵੀ ਪਾਵਨ ਬਾਣੀ ਦੇ ਵਿੱਚ ਬਚਨ ਨੇ। ਤੋ ਇਸੇ ਹੀ ਤਰ੍ਹਾਂ ਜੋ ਸਤਿਗੁਰੂ ਜੀ ਇੱਥੇ ਬਚਨ ਕਹਿੰਦੇ ਨੇ ਕਿ ਸਾਰਿਆਂ ਦੇ ਵਿੱਚ ਪਰਮਾਤਮਾ ਪਰਿਪੂਰਨ ਹੋ ਰਿਹਾ ਹੈ। ਜਿਵੇਂ ਲੱਕੜ ਦੇ ਵਿੱਚ ਅੱਗ ਛੁਪੀ ਹੋਈ ਹੈ, ਫੁੱਲ ਦੇ ਵਿੱਚ ਸੁਗੰਧੀ ਹੈ ਤੇ ਫਿਰ ਸ਼ੀਸ਼ੇ ਦੇ ਵਿੱਚ ਪਰਛਾਈ ਦਿਖਾਈ ਦਿੰਦੀ ਹੈ, ਪ੍ਰਤੀਬਿੰਬ ਦਿਖਾਈ ਦਿੰਦਾ। ਤੋ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਕੀਆ। ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ। ਉੱਚੇ ਨੀਵੇਂ ਜੀਵਾਂ ਦੇ ਵਿੱਚ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਮਾਧੋ ਮਾਇਆ ਦਾ ਪਤੀ ਸਾਰੇ ਜੀਵਾਂ ਦੇ ਵਿੱਚ ਸਮਾਇਆ ਹੋਇਆ ਹੈ। ਤੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਪਰਮਾਤਮਾ ਦੇ ਪ੍ਰਗਟ ਹੋਣ ਵਾਲੀ ਰੀਤੀ ਹੈ ਨਾ ਜਿਹੜੀ, ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ। ਹਾਂਜੀ, ਗਿਆਨੀ ਕੋ ਜੋ ਹਿਰਦਾ ਬਿਮਲ ਹੈ। ਹਾਂਜੀ, ਗਿਆਨੀ ਦਾ ਜਿਹੜਾ ਹਿਰਦਾ ਹੈ ਨਾ, ਗਿਆਨਵਾਨ ਦਾ ਹਿਰਦਾ ਮੈਲ ਤੋਂ ਰਹਿਤ ਹੈ, ਮੈਲ ਤੋਂ ਰਹਿਤ ਹੈ। ਗਿਆਨਵਾਨ ਦੇ ਹਿਰਦੇ ਦੇ ਵਿੱਚ ਮੈਲ ਨਹੀਂ ਹੈ, ਵਿਸ਼ਿਆਂ ਦੀ ਮੈਲ ਨਹੀਂ ਹੈ। ਈਰਖਾ, ਬਖੀਲੀ, ਨਿੰਦਿਆ, ਚੁਗਲੀ ਇਤ ਆਦਿਕ ਜੋ ਪੰਜੇ ਵਿਕਾਰਾਂ ਦੀ ਮੈਲ ਵੀ ਉਹਦੇ ਹਿਰਦੇ ਦੇ ਵਿੱਚੋਂ ਨਿਕਲ ਗਈ ਹੈ। ਗਿਆਨੀ ਦਾ, ਗਿਆਨਵਾਨ ਦਾ ਹਿਰਦਾ ਜੋ ਨਿਰਮਲ ਹੈ, ਪਵਿੱਤਰ ਹੈ, ਸੁੱਧ ਹੈ। ਹਾਂਜੀ, ਤਹਾਂ ਪ੍ਰਗਟ ਜਿਉ ਸਰੋਤ ਸੋ ਜਲ ਹੈ। ਹਾਂਜੀ, ਉੱਥੇ ਗਿਆਨਵਾਨ ਦੇ ਹਿਰਦੇ ਦੇ ਵਿੱਚ ਜੋ ਪਰਮਾਤਮਾ ਵਾਹਿਗੁਰੂ ਪ੍ਰਗਟ ਰੂਪ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ। ਅਤਿਸ਼ੇ ਕਰਕੇ, ਵਿਸ਼ੇਸ਼ ਕਰਕੇ ਗਿਆਨਵਾਨ ਦੇ ਹਿਰਦੇ ਦੇ ਵਿੱਚ ਪ੍ਰਗਟ ਹੈ ਪਰਮਾਤਮਾ ਵਾਹਿਗੁਰੂ। ਜਗਿਆਸੀ ਕੋ ਉਰ ਹੈ ਜੋਈ। ਜਿਹੜਾ ਜਗਿਆਸੂ ਦਾ ਹਿਰਦਾ ਹੈ
ਕੂਪ ਸਮਾਨ ਜਾਣੀਐ ਸੋਈ। ਗਿਆਨਵਾਨ ਦਾ ਹਿਰਦਾ ਵਗਦੇ ਨਦੀ ਦੇ ਪ੍ਰਵਾਹ ਜੈਸਾ ਹੈ, ਤੇ ਜਿਹੜਾ ਜਗਿਆਸੂ ਦਾ ਹਿਰਦਾ ਉਹ ਖੂਹ ਜੈਸਾ ਹੈ, ਜਿਵੇਂ ਖੂਹ ਦੇ ਵਿੱਚੋਂ ਯਤਨ ਕਰਕੇ ਪਾਣੀ ਕੱਢਿਆ ਜਾਂਦਾ। ਯਤਨ ਕਰੇ ਜਲ ਕਰ ਮਹਿ ਆਵੈ। ਜਿਹੜਾ ਜਗਿਆਸੂ ਹੈ ਨਾ, ਉਹ ਬਹੁਤਾ ਜ਼ਿਆਦਾ ਯਤਨ ਕਰੇ ਤੇ ਫੇਰ ਉਹਨੂੰ ਆਨੰਦ ਪ੍ਰਾਪਤ ਹੁੰਦਾ ਹੈ। ਤਿਉ ਪ੍ਰਯਾਸ ਤੇ ਈਸ਼ਵਰ ਪਾਵੈ। ਤਿਵੇਂ ਯਤਨ ਕਰ ਕਰਕੇ, ਬਹੁਤਾ ਜ਼ਿਆਦਾ ਪ੍ਰਯਾਸ ਕਰਕੇ, ਨਾਮ ਅਭਿਆਸ ਕਰਕੇ, ਸੰਗਤ ਕਰਕੇ, ਸਾਧਨਾ ਨੂੰ ਅਪਣਾ ਕੇ ਤੇ ਫੇਰ ਪ੍ਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਅਗਿਆਨੀ ਕੋ ਉਰ ਹੈ ਜੋ ਅਗਿਆਨੀ ਦਾ ਹਿਰਦਾ ਹੈ, ਜਿਹੜੇ ਅਗਿਆਨੀ ਨੇ, ਜਿਨ੍ਹਾਂ ਨੂੰ ਗਿਆਨ, ਜਿਨ੍ਹਾਂ ਦੇ ਨੇੜੇ ਤੇੜੇ ਵੀ ਨਹੀਂ, ਪੜਦੇ ਕੋ ਜਲ ਜਾਣੋ ਸੋ। ਉਹ ਪੜਦੇ ਦਾ ਜਲ ਜਾਣ ਲੈਣਾ ਕਰੋ। ਤਿਹ ਤਤਕਾਲ ਹਾਥ ਨਹਿ ਆਈ। ਉਹ ਅਗਿਆਨੀ ਦੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਆਨੰਦ, ਨਾਮ ਦਾ ਆਨੰਦ ਬੜੀ ਛੇਤੀ ਹੱਥ ਨਹੀਂ ਆ ਸਕਦਾ। ਅਗਿਆਨੀ ਜੀਵ ਬਹੁਤ ਜ਼ਿਆਦਾ ਦੂਰ ਹੈ ਪ੍ਰਮਾਤਮਾ ਦੇ ਨਾਲੋਂ। ਪਰ ਚਿਤ ਮੈਂ ਜਲ ਹੈ ਸਭ ਥਾਈ। ਤੋ ਸਤਿਗੁਰੂ ਜੀ ਕਹਿੰਦੇ ਨੇ ਕਿ ਪਿਤਾ ਜੀਓ, ਧਰਤੀ ਦੇ ਵਿੱਚ ਸਾਰੇ ਅਸਥਾਨਾਂ ਦੇ ਉੱਪਰ ਜਲ ਹੈ, ਪਰਿਪੂਰਨ ਹੈ। ਤਿਉ ਪਰਮੇਸ਼ਰ ਹੈ ਸਭ ਮਾਹੀ। ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਪਰਮੇਸ਼ਰ ਪਰਿਪੂਰਨ ਹੋ ਰਿਹਾ ਹੈ। ਪ੍ਰਗਟਨ ਦੁਰਨ ਕਹੀ ਵਿਦ ਯਾਹੀ। ਪ੍ਰਗਟ ਹੋਣ ਦੀ ਅਤੇ ਛੁਪੇ ਰਹਿਣ ਦੀ ਜਿਹੜੀ ਮਰਿਆਦਾ ਹੈ, ਉਹ ਅਸੀਂ ਤੁਹਾਨੂੰ ਦੱਸੀ ਹੈ। ਇਹ ਜੋ ਜਗਤ ਬਣਾਓ ਬਨਿਓ ਹੈ। ਇਹ ਜਗਤ ਦਾ ਜਿਹੜਾ ਬਣਾਓ ਬਣਿਆ ਹੋਇਆ ਹੈ, ਜਗਤ ਦੀ ਬਣਾਵਟ ਬਣੀ ਹੋਈ ਹੈ ਜਿਹੜੀ, ਪਰਮਾਤਮ ਬਿਨ ਕੌਣ ਗੁਨਿਓ ਹੈ। ਪਰਮਾਤਮਾ ਤੋਂ ਬਿਨਾ ਕੌਣ ਹੈ, ਇਹ ਜਾਣ ਲੈਣਾ ਕਰੋ। ਪਰਮਾਤਮਾ ਤੋਂ ਬਿਨਾ ਕੁਝ ਵੀ ਨਹੀਂ ਹੈ। ਜਿਉ ਨਿਜ ਰੂਪ ਬੀਜ ਬੜ ਧਾਰਤ। ਜਿਵੇਂ ਆਪਣਾ ਰੂਪ, ਜਿਹੜਾ ਬੀਜ ਹੈ ਨਾ, ਬੀਜ ਧਰਤੀ ਦੇ ਵਿੱਚ ਬੀਜੀਏ, ਹੁੰਦਾ ਤਾਂ ਛੋਟਾ ਜਿਹਾ ਹੈ, ਪਰ ਜਦੋਂ ਧਰਤੀ ਦੇ ਵਿੱਚੋਂ ਪੈਦਾ ਹੋ ਜਾਵੇ ਤੇ ਫੇਰ ਬਹੁਤਾ ਜ਼ਿਆਦਾ ਵੱਡਾ ਰੂਪ ਧਾਰਨ ਕਰ ਲੈਂਦਾ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਵੀ ਦੱਸਿਆ ਕਿ ਜਿਹੜੀ ਖਸਖਾਸ ਹੁੰਦੀ ਹੈ ਨਾ, ਜਦੋਂ ਧਰਤੀ ਦੇ ਵਿੱਚ, ਧਰਤੀ ਨੂੰ ਚੰਗੀ ਤਰ੍ਹਾਂ ਵਾਹ ਕੇ ਤੇ ਉਹਦੇ ਵਿੱਚ ਖਸਖਾਸ ਦਾ ਬੀਜ ਬੀਜਿਆ ਜਾਵੇ ਤੇ ਉਹ ਮਿੱਟੀ ਦੇ ਵਿੱਚ ਹੀ ਮਿਲ ਜਾਂਦੀ ਹੈ। ਪਰ ਥੋੜ੍ਹੇ ਸਮੇਂ ਤੋਂ ਬਾਅਦ ਜਦੋਂ ਉਹ ਪੈਦਾ ਹੋ ਜਾਂਦੀ ਹੈ, ਖੇਤੀ ਉਤਪੰਨ ਹੋ ਜਾਂਦੀ ਹੈ, ਤੇ ਫਿਰ ਉਸੇ ਹੀ ਬੀਜ ਤੋਂ ਬਹੁਤਾ ਜ਼ਿਆਦਾ ਫਲ ਪ੍ਰਾਪਤ ਹੁੰਦਾ ਹੈ। ਵੈ ਕਰ ਬਿਟ ਪਪਲੇ ਵਿਸਤਾਰਤ। ਜਦੋਂ ਬੀਜ ਉਗਦਾ ਹੈ, ਬੀਜ ਪੈਦਾ ਹੁੰਦਾ ਹੈ, ਤੇ ਫਿਰ ਹੌਲੀ ਹੌਲੀ ਰੁੱਖ ਵੱਡਾ ਹੋ ਜਾਂਦਾ ਹੈ ਤੇ ਉਹਦਾ ਵਿਸਥਾਰ ਬੜਾ ਵੱਡਾ ਹੁੰਦਾ ਹੈ। ਫਿਰ ਤਿਹ ਬੀਰਜ ਕੋ ਖੋਜੈ ਕੋ। ਜੇ ਉਸੇ ਹੀ ਬੀਜ ਨੂੰ ਕੋਈ ਲੱਭਣਾ ਕਰੇ, ਕਿੱਥੋਂ ਲੱਭੇ? ਹਾਂਜੀ, ਕਾਠ ਪੱਤਰ ਪੁਸ਼ਪਾਦਿਕ ਜੋ। ਤੋ ਲੱਕੜ ਦੇ ਵਿੱਚੋਂ ਬੀਜ ਨੂੰ ਲੱਭੇ, ਪੱਤਿਆਂ ਦੇ ਵਿੱਚੋਂ ਲੱਭੇ, ਤੇ ਫਿਰ ਫੁੱਲ ਆਦਿਕ ਨੇ ਜਿਹੜੇ, ਉਹਨਾਂ ਦੇ ਵਿੱਚੋਂ ਲੱਭਣਾ ਕਰੇ। ਇਹ ਕਹੇ ਕਿ ਇਹਨਾਂ ਪੱਤਿਆਂ ਦੇ ਵਿੱਚੋਂ, ਫੁੱਲਾਂ ਦੇ ਵਿੱਚੋਂ ਮੈਂ ਬੀਜ ਨੂੰ ਲੱਭ ਲਵਾਂ, ਤਿਹ ਤੇ ਹਾਥ ਨ ਆਵਹਿ ਕਬਹੀ। ਉੱਥੋਂ ਕਦੇ ਵੀ ਬੀਜ ਹੱਥ ਨਹੀਂ ਆਵੇਗਾ। ਖੋਜਤ ਰਹਿ ਆਰ ਬਲ ਸਭੀ। ਭਾਵੇਂ ਸਾਰੀ ਉਮਰ ਖੋਜਦਾ ਰਵੇ, ਲੱਭਦਾ ਰਵੇ, ਪਰ ਨਾ ਲੱਕੜ ਚੋਂ ਤੇ ਨਾ ਪੱਤਿਆਂ ਚੋਂ ਇਹ ਬੀਜ ਕਦੇ ਵੀ ਹੱਥ ਨਹੀਂ ਆ ਸਕਦਾ। ਜੇ ਫਲ ਕੋ ਖੋਜਹਿ ਭਲ ਭਾਂਤੀ। ਜੇ ਭਲੀ ਭਾਂਤ ਚੰਗੇ ਤਰੀਕੇ ਦੇ ਨਾਲ ਫਲ ਨੂੰ ਲੱਭ ਲੈਣਾ ਕਰੇ, ਪਾਏ ਬੀਜ ਹੈ ਸੀਤਲ ਛਾਤੀ। ਜੋ ਬੀਜ ਪ੍ਰਾਪਤ ਹੋ ਜਾਂਦਾ ਹੈ ਫਲ ਦੇ ਵਿੱਚੋਂ, ਜਦੋਂ ਫਲ ਦੇ ਵਿੱਚੋਂ ਲੱਭੇ ਤੇ ਪੱਕੇ ਫਲ ਦੇ ਵਿੱਚੋਂ ਚੰਗਾ ਬੀਜ ਪ੍ਰਾਪਤ ਹੋ ਜਾਂਦਾ ਹੈ, ਤਾਂ ਉਹਦੇ ਤੋਂ ਹੀ ਫਿਰ ਅੱਗੇ ਤੋਂ ਅੱਗੇ ਹੋਰ ਰੁੱਖ ਪੈਦਾ ਹੁੰਦੇ ਨੇ। ਤੋ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਫਲ ਦੇ ਵਿੱਚੋਂ ਹੀ ਬੀਜ ਪ੍ਰਾਪਤ ਹੁੰਦਾ ਹੈ। ਜਿਹੜੇ ਪਰਮਾਤਮਾ ਵਾਹਿਗੁਰੂ ਜੀ ਦੇ ਗਿਆਨ ਨੂੰ ਪ੍ਰਾਪਤ ਕਰਕੇ, ਭਗਤੀ ਕਰ ਕਰਕੇ ਪੱਕ ਗਏ ਨੇ, ਉਹਨਾਂ ਤੋਂ ਹੀ ਅੱਗੇ ਤੋਂ ਅੱਗੇ ਜੀਵ ਵਰੋਸਾਏ ਜਾਂਦੇ ਨੇ। ਕਹਿਣ ਤੋਂ ਭਾਵ ਕਿ ਉਹਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ ਤੇ ਫਿਰ ਅੱਗੇ ਤੋਂ ਅੱਗੇ ਜੋ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਪ੍ਰਾਪਤ ਕਰਕੇ ਤੇ ਪਰ ਜੀਵ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ। ਤਿਉ ਪਰਮੇਸ਼ਰ ਖੋਜਨ ਵਾਰੇ। ਜਿਵੇਂ ਇਸੇ ਹੀ ਤਰ੍ਹਾਂ ਫਿਰ ਜਿਹੜੇ ਪਰਮੇਸ਼ਰ ਨੂੰ ਲੱਭਣ ਵਾਲੇ ਨੇ, ਕਾਠ ਤਾਮਸੀ ਜਿਉ ਨਿਹਾਰੇ। ਹਾਂਜੀ, ਜੋ ਕਾਠ ਤਾਮਸੀ ਜਿਉ ਨਿਹਾਰੇ, ਜਿਹੜੇ ਪਰਮੇਸ਼ਰ ਨੂੰ ਲੱਭਣ ਵਾਲੇ ਨੇ ਨਾ,
ਕਈ ਅਗਿਆਨਤਾ ਦੇ ਸਹਿਤ ਹੋ ਕੇ ਕਾਠ ਤਾਮਸੀ ਜੀਓ ਨਿਹਾਰੇ। ਤਾਮਸੀ ਜੀਵ ਨੇ ਨਾ ਜਿਹੜੀ, ਜਿਨ੍ਹਾਂ ਦੀ ਬਿਰਤੀ ਤਾਮਸੀ ਹੈ, ਉਹ ਲੱਕੜ ਦੇ ਵਿੱਚੋਂ ਹੀ ਲੱਭਦੇ ਰਹਿੰਦੇ ਹਨ। ਲੱਕੜ ਦੇ ਵਿੱਚੋਂ ਕਿਵੇਂ? ਹਾਂਜੀ, ਅੱਗੇ ਬਚਨ ਕਠੋਰ ਕਹਿਨ ਹੈ ਜੋ। ਭਗਤੀ ਵੀ ਕਰਦੇ ਨੇ, ਤਪ ਵੀ ਕਰਦੇ ਨੇ, ਜਲ ਧਾਰੇ ਵੀ ਕਰਦੇ ਨੇ, ਪਰ ਹਿਰਦਾ ਉਹਨਾਂ ਦਾ ਕਠੋਰ ਰਹਿੰਦਾ ਹੈ, ਲੱਕੜ ਵਾਂਗ। ਕਠੋਰ ਬਚਨ ਕਰਦੇ ਨੇ। ਜਦੋਂ ਉਹਨਾਂ ਦੇ ਕੋਲ ਕੋਈ ਆਵੇ ਤੇ ਕਠੋਰ ਬਚਨ ਕਰਦੇ ਨੇ। ਲੱਖ ਕਠੋਰ ਭਨਤਾ ਮਹਿ ਸੋਊ। ਉਹਨਾਂ ਦੇ ਵਿੱਚ ਕਠੋਰਪਨ ਜਾਣ ਕੇ ਤਿਹ ਤੇ ਈਸ਼ਵਰ ਹਾਥ ਨ ਆਵੇ। ਉਥੋਂ ਫਿਰ ਈਸ਼ਵਰ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਹੱਥ ਨਹੀਂ ਆਉਂਦੀ। ਕਹਿਣ ਤੋਂ ਭਾਵ ਕਿ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਨ੍ਹਾਂ ਦਾ ਸੁਭਾਅ ਕਠੋਰ ਹੈ ਨਾ, ਉਹ ਦੂਜਿਆਂ ਨੂੰ ਕਠੋਰ ਬਚਨ ਕਹਿ ਕੇ ਤੇ ਉਹਨਾਂ ਦੇ ਹਿਰਦੇ ਨੂੰ ਦੁਖਾਉਂਦੇ ਨੇ। ਭਗਤੀ ਦੇ ਮਾਰਗ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਗਤ ਫਰੀਦ ਜੀ ਨੇ ਵੀ ਬਚਨ ਕੀਤੇ ਨੇ ਕਿ ਜੇ ਤਉ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਜੇ ਤੈਨੂੰ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਹੈ ਨਾ ਤੇਰੇ ਹਿਰਦੇ ਦੇ ਵਿੱਚ, ਫਿਰ ਕਿਸੇ ਨੂੰ ਕਠੋਰ ਬਚਨ ਕਹਿ ਕੇ ਤੇ ਕਿਸੇ ਦੇ ਹਿਰਦੇ ਨੂੰ ਢਾਹ ਨਾ, ਕਿਸੇ ਦੇ ਹਿਰਦੇ ਨੂੰ ਦੁਖਾ ਨਾ। ਜੇ ਦੁਖਾਵੇਂਗਾ ਨਾ ਤੇ ਫਿਰ ਪਰਮਾਤਮਾ ਦੀ ਖੁਸ਼ੀ ਨਹੀਂ ਹੋਣੀ ਤੈਨੂੰ, ਪਰਮਾਤਮਾ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ ਤੂੰ। ਇਸ ਕਰਕੇ ਜੇ ਤਉ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਤੋ ਇਸ ਪ੍ਰਕਾਰ ਦੇ ਵਚਨ ਹੋਰ ਵੀ ਭਗਤ ਫਰੀਦ ਜੀ ਨੇ ਬੜੇ ਸੁੰਦਰ ਉਚਾਰਨ ਕੀਤੇ ਨੇ। ਉਦਾਹਰਨ ਮਾਤਰ ਲੈ ਲੈਣਾ ਕਰੀਏ ਜੀ। ਜਿਉ ਸਿਕਤਾ ਤੇ ਤੇਲ ਨ ਪਾਵੇ। ਜਿਵੇਂ ਜਿਹੜਾ ਰੇਤਾ ਹੈ ਨਾ, ਰੇਤਾ ਦੇ ਵਿੱਚੋਂ ਤੇਲ ਨਹੀਂ ਨਿਕਲ ਸਕਦਾ। ਹੈ ਰਾਜਸੀ ਪੱਤਰ ਸਮਾਨਾ। ਜਿਹੜੇ ਰਾਜਸੀ ਲੋਕ ਨੇ ਉਹ ਪੱਤਿਆਂ ਦੇ ਸਮਾਨ ਜਾਣ ਲੈਣਾ ਕਰੋ। ਛਾਇਆ ਦੇ ਸੁਖ ਬਿਖੈ ਮਹਾਨਾ। ਰਾਜਸੀ ਲੋਕ ਆਪ ਛਾਇਆ ਮਾਣ ਸਕਦੇ ਨੇ, ਹੋਰਾਂ ਨੂੰ ਛਾਇਆ ਦੇ ਸਕਦੇ ਨੇ। ਜਿਵੇਂ ਪੱਤੇ ਛਾਂ ਦਿੰਦੇ ਨਾ, ਛਾਂ ਦਿੰਦੇ ਨੇ ਤੇ ਛਾਂ ਮਾਣ ਕੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਸੇ ਹੀ ਤਰ੍ਹਾਂ ਜਿਹੜੇ ਰਾਜਸੀ ਲੋਕ ਨੇ, ਰਾਜਸੀ ਲੋਕਾਂ ਦੇ ਕੋਲ ਪਦਾਰਥ ਬੜੇ ਆ ਜਾਂਦੇ ਨੇ। ਪਦਾਰਥਾਂ ਰੂਪ ਧਨ ਦੌਲਤ ਮਾਇਆ ਰੂਪ ਸੁੱਖ ਬੜੇ ਆ ਜਾਂਦੇ ਨੇ। ਹਾਂਜੀ, ਰਾਜਸੀ ਲੋਕ ਕੁਝ ਕੁ ਸੁੱਖ ਪ੍ਰਾਪਤ ਕਰ ਸਕਦੇ ਨੇ। ਤਿਨ ਤੇ ਹਰੀ ਪਾਏ ਨਹਿ ਕੈਸੇ। ਉਹਨਾਂ ਦੇ ਨਾਲ ਰਹਿ ਕੇ ਵੀ, ਉਹਨਾਂ ਦੀ ਸੰਗਤ ਕਰਕੇ ਵੀ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅੰਧੇ ਕੋ ਮਗ ਮੋਤੀ ਜੈਸੇ। ਉਹ ਰਾਜਸੀ ਲੋਕ ਐਵੇਂ ਨੇ ਕਿ ਜਿਵੇਂ ਅੰਨੇ ਦੇ ਰਸਤੇ ਦੇ ਵਿੱਚ ਮੋਤੀ ਪਏ ਹੋਣ। ਕਬੀਰ ਮਾਨਕ ਮੋਤੀ ਬਿਥਰੇ ਅੰਧਾ ਨਿਕਸਿਓ ਆਏ। ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਐਸੀ ਹਾਲਤ ਹੈ ਰਾਜਸੀ ਲੋਕਾਂ ਦੀ। ਪੁਸ਼ਪ ਸਮਾਨ ਸ਼ਾਂਤ ਕੀ ਜੋਈ। ਜਿਹੜੇ ਸ਼ਾਂਤਕੀ ਲੋਕ ਨੇ ਉਹ ਪੁਸ਼ਪ ਪੱਤਿਆਂ ਦੇ ਸਮਾਨ ਜਾਣ ਲੈਣਾ ਕਰੋ। ਮਧੁਰ ਬਚਨ ਗੰਧ ਧਾਰ ਹੈ ਤੇਈ। ਪੁਸ਼ਪ ਕਹਿੰਦੇ ਨੇ ਫੁੱਲਾਂ ਨੂੰ। ਜਿਹੜੇ ਜੋ ਹਾਂਜੀ ਫਿਰ ਦੁਬਾਰਾ ਪੜੋ। ਪੁਸ਼ਪ ਸਮਾਨ ਸ਼ਾਂਤ ਕੀ ਜੋਈ। ਜਿਹੜੇ ਸ਼ਾਂਤਕੀ ਬਿਰਤੀ ਵਾਲੇ ਨੇ ਉਹ ਫੁੱਲ ਦੀ ਸਮਾਨ ਜਾਣ ਲੈਣਾ ਕਰੋ। ਮਧੁਰ ਬਚਨ ਗੰਧ ਧਾਰ ਹੈ ਤੇਈ। ਤੋ ਮਿੱਠੇ ਬਚਨਾਂ ਵਾਲੀ ਉਹ ਸੁਗੰਧੀ ਧਾਰਨ ਕਰਦੇ ਨੇ। ਜਿਵੇਂ ਫੁੱਲ ਸੁਗੰਧੀ ਦਿੰਦਾ, ਇਸੇ ਹੀ ਤਰ੍ਹਾਂ ਜਿਹੜੇ ਇਹ ਲੋਕ ਨੇ ਉਹ ਮਿੱਠੇ ਮਿੱਠੇ ਬਚਨ ਕਰਦੇ ਨੇ। ਤਿਨ ਤੇ ਕੁਸ਼ਕ ਹੋਤ ਸੁਧ ਕਾਰਾ। ਹਾਂਜੀ, ਉਹਨਾਂ ਤੋਂ ਕੁਝ ਕੋ ਜੋ ਸੁਧ ਕਾਰਾ ਭਾਵ ਕੇ ਕਾਰਜ ਸੁਧ ਹੁੰਦਾ ਹੈ। ਜਿਹੜੇ ਮਿੱਠੇ ਬਚਨ ਕਰਨ ਵਾਲੇ। ਨਹਿ ਪਾਇਤ ਹੈ ਪ੍ਰਭੂ ਅਪਾਰਾ। ਪਰ ਫੇਰ ਵੀ ਪਾਰਾਵਾਰ ਤੋਂ ਰਹਿਤ ਪਰਮਾਤਮਾ ਨੂੰ ਉਹ ਵੀ ਨਹੀਂ ਪ੍ਰਾਪਤ ਕਰ ਸਕਦੇ। ਜਿੰਨਾ ਚਿਰ ਹਿਰਦੇ ਦੇ ਵਿੱਚ ਮਿਠਾਸ ਨਹੀਂ ਗੀ, ਉਹਨਾਂ ਸਮਾਂ ਉਹ ਉੱਪਰੀ ਤੌਰ ਤੇ ਮਿਠਾਸ ਵਾਲੇ ਬਚਨ ਕਰਕੇ ਉਹ ਵੀ ਨਹੀਂ ਪਰਮਾਤਮਾ ਦਾ ਪਾਰਾਵਾਰ ਪਾ ਸਕਦੇ। ਗਿਆਨੀ ਹੈ ਫਲ ਕੇਰ ਸਮਾਨਾ। ਹਾਂਜੀ, ਗਿਆਨੀ ਹੈ ਫਲ ਕੇਰ ਸਮਾਨਾ। ਜਿਹੜੇ ਗਿਆਨਵਾਨ ਨੇ ਨਾ ਉਹ ਫਲ ਦੇ ਸਮਾਨ ਨੇ, ਫਲ ਵਾਂਗੂ ਹੈ ਉਹਨਾਂ ਦਾ ਜੀਵਨ। ਬੀਜ ਰੂਪ ਤਹਿ ਪ੍ਰਭੂ ਮਿਲਾਨਾ। ਬੀਜ ਰੂਪ ਪ੍ਰਭੂ ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਮਿਲ ਗਿਆ ਹੈ ਗਿਆਨਵਾਨਾਂ ਨੂੰ। ਕਹਿਣ ਤੋਂ ਭਾਵ ਕਿ ਗਿਆਨਵਾਨਾਂ ਨੇ ਆਪ ਗਿਆਨ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੈ, ਹੋਰਾਂ ਨੂੰ ਗਿਆਨ ਵੰਡਦੇ ਨੇ। ਅਤੇ ਜਦੋਂ ਉਹਨਾਂ ਨੇ ਬਚਨ ਕਰਨੇ ਨੇ ਨਾ, ਗਿਆਨ ਦੇ ਸਹਿਤ ਕਰਨੇ ਨੇ, ਗਿਆਨ ਵੀ ਦਿੰਦੇ ਨੇ ਤੇ ਫਿਰ
ਪਰਮਾਤਮਾ ਵਾਹਿਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਅਨੇਕਾਂ ਹੀ ਜੀਵਾਂ ਦਾ ਉਧਾਰ ਕਰਦੇ ਨੇ। ਉਹ ਗਿਆਨ ਦੇ ਸਹਿਤ ਬਚਨ ਕਰਕੇ ਆਪ ਗਿਆਨ ਦੇ ਵਿੱਚ ਸਮਾਏ ਰਹਿੰਦੇ ਨੇ ਤੇ ਹੋਰਾਂ ਨੂੰ ਗਿਆਨ ਦਿੰਦੇ ਨੇ। ਤੇ ਜਿਹੜੇ ਜਗਿਆਸੂ ਨੇ ਉਹਨਾਂ ਦੇ ਪਾਸੋਂ ਗਿਆਨ ਦੇ ਸਹਿਤ ਭਗਤੀ ਸਹਿਤ ਗਿਆਨ ਦੇ ਬਚਨ ਸਰਵਣ ਕਰਕੇ ਤੇ ਉਹਨਾਂ ਦਾ ਉਧਾਰ ਹੁੰਦਾ ਹੈ। ਪਰ ਸਥਾਨ ਸੋ ਪਾਵਤ ਨਾਹੀ, ਹੋਰ ਕਿਸੇ ਸਥਾਨ ਦੇ ਉੱਪਰ ਨਹੀਂ ਪ੍ਰਾਪਤੀ ਹੋ ਸਕਦੀ। ਬਸ ਹੈ ਸਦਾ ਸਤ ਸੰਗਤ ਮਾਹੀ। ਹਾਂਜੀ, ਜਿਹੜੇ ਗਿਆਨਵਾਨ ਨੇ ਨਾ ਉਹ ਸਤ ਸੰਗਤ ਦੇ ਵਿੱਚ ਵਸਦੇ ਨੇ। ਗਿਆਨਵਾਨ ਜਿਨ੍ਹਾਂ ਨੇ ਅੰਤਰੀਵ ਗਿਆਨ ਧਾਰਨ ਕੀਤਾ ਹੈ। ਅੰਤਰੀਵ ਗਿਆਨ ਤੋਂ ਭਾਵ ਹੈ ਕਿ ਅੰਦਰ ਹਿਰਦੇ ਦੇ ਵਿੱਚ ਛਿਨ ਛਿਨ ਮਾਤਰ ਪਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ। ਬੰਦਗੀ ਕਰਦਿਆਂ ਹੋਇਆਂ ਸੇਵਾ ਸਿਮਰਨ ਕਰਦੇ ਨੇ ਤੇ ਬੰਦਗੀ ਕਰਦਿਆਂ ਕਰਦਿਆਂ ਉਹ ਕਿਸੇ ਨੂੰ ਕਠੋਰ ਬਚਨ ਨਹੀਂ ਕਹਿੰਦੇ। ਫਿਰ ਕਠੋਰ ਬਚਨ ਵੀ ਨਹੀਂ ਕਹਿੰਦੇ ਤੇ ਉਹਨਾਂ ਦੀ ਬਿਰਤੀ ਸਦਾ ਵਾਸਤੇ ਪਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਦੇ ਵਿੱਚ ਲੱਗੀ ਹੋਈ ਹੈ। ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦੇ ਅੰਦਰ 3 ਗੁਣ ਜਿਵੇਂ ਪਹਿਲਾਂ ਵੀ ਦੱਸੇ ਨੇ। ਭਗਤੀ ਕਰਨ ਵਾਲੇ ਭਗਤ ਭਗਤੀ ਕਰਦੇ ਨੇ ਤੇ ਭਗਤਾਂ ਦੇ ਵਿੱਚ 3 ਗੁਣ ਕਿਹੜੇ ਨੇ? ਭੱਬੇ ਤੋਂ ਭਾਵ ਪ੍ਰੇਮਾ ਭਗਤੀ, ਪ੍ਰੇਮ ਦੇ ਸਹਿਤ ਆਪ ਭਗਤੀ ਕਰਦੇ ਨੇ, ਹੋਰਾਂ ਨੂੰ ਭਗਤੀ ਦੇ ਵਿੱਚ ਲਾਉਂਦੇ ਨੇ ਤੇ ਫਿਰ ਉਹਨਾਂ ਦੇ ਅੰਦਰ ਗਿਆਨ ਹੈ। ਗਿਆਨ ਦੇ ਸਹਿਤ ਆਪਣਾ ਜੀਵਨ ਬਸਰ ਕਰਦੇ ਨੇ, ਹੋਰਾਂ ਨੂੰ ਗਿਆਨ ਵੰਡਦੇ ਨੇ ਤੇ ਫਿਰ ਉਹਨਾਂ ਦੇ ਅੰਦਰ ਤੱਤੇ ਤੋਂ ਭਾਵ ਹੈ ਤਿਆਗ, ਤਿਆਗੀ ਜੀਵਨ ਹੈ ਉਹਨਾਂ ਦਾ। ਤੋਂ ਹੋਰ ਸ੍ਰੇਸ਼ਟ ਗੁਣ ਅਨੇਕਾਂ ਹੀ ਨੇ ਉਹਨਾਂ ਦੇ ਵਿੱਚ। ਸ੍ਰੇਸ਼ਟ ਗੁਣ ਇਸ ਕਰਕੇ ਨੇ ਕਿਉਂਕਿ ਸਾਰੇ ਸ੍ਰੇਸ਼ਟ ਗੁਣਾਂ ਵਾਲਾ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਵਿੱਚ ਆ ਕੇ ਵਸ ਗਿਆ ਹੈ। ਉਹਨਾਂ ਦੀ ਰਸਨਾ ਦੇ ਉੱਪਰ ਵਸਦਾ ਹੈ। ਜਿਵੇਂ ਬਚਨ ਕਹਿੰਦੇ ਨੇ ਕਿ ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਸਾਧੂਆਂ ਦੀ ਰਸਨਾ ਦੇ ਉੱਪਰ ਪਰਮਾਤਮਾ ਵਸਦਾ ਹੈ। ਤੇ ਜਿਨ੍ਹਾਂ ਦੀ ਰਸਨਾ ਦੇ ਉੱਪਰ ਜ਼ੁਬਾਨ ਦੇ ਉੱਪਰ ਪਰਮਾਤਮਾ ਵਸਦਾ, ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਗਿਆ, ਉਹ ਪਰਮਾਤਮਾ ਨੂੰ ਨੇੜੇ ਸਮਝਦੇ ਨੇ। ਤੇ ਜਿਹੜੇ ਨੇੜੇ ਸਮਝਦੇ ਨੇ ਉਹ ਫਿਰ ਔਗਣ ਕੋਈ ਨਹੀਂ ਕਰਦੇ। ਜਿਨ੍ਹਾਂ ਦੇ ਅੰਦਰ ਪਰਮਾਤਮਾ ਬੈਠਾ ਹੈ ਨਾ ਉਹਨਾਂ ਨੂੰ ਔਗਣਾਂ ਵੱਲ ਜਾਣ ਹੀ ਨਹੀਂ ਦਿੰਦਾ ਪਰਮਾਤਮਾ। ਜਿਹੜੇ ਨੇੜੇ ਜਾਣਦੇ ਨੇ ਨਿਕਟ ਬੁੱਝੈ ਸੋ ਬੁਰਾ ਕਿਉ ਕਰੈ, ਉਹ ਬੁਰਾ ਨਹੀਂ ਕਿਸੇ ਦਾ ਕਰਦੇ। ਭਾਵੇਂ ਉਹਨਾਂ ਦਾ ਕੋਈ ਬੁਰਾ ਕਰੇ, ਬੁਰਾ ਕਰਨ ਵਾਲਿਆਂ ਦਾ ਵੀ ਭਲਾ ਹੀ ਕਰਦੇ ਨੇ ਗੁਰਮੁਖ ਜਨ। ਐਸਾ ਗਿਆਨ ਉਹਨਾਂ ਦੇ ਹਿਰਦੇ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਸਮਾ ਗਿਆ। ਗਿਆਨ ਦੇ ਵਿੱਚ ਲੀਨ ਰਹਿੰਦੇ ਨੇ, ਭਗਤੀ ਸਹਿਤ ਗਿਆਨ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਤੇ ਗਿਆਨ ਦੇ ਵਿੱਚ ਲੀਨ ਰਹਿੰਦੇ ਨੇ, ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਨੇ। ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਪਾਉਂਦੀ ਹੈ ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਭਗਤੀ ਹੈ ਨਾ ਉਹਨਾਂ ਤੋਂ ਪਰਮਾਤਮਾ ਪ੍ਰਸੰਨ ਹੈ। ਕਿਉਂਕਿ ਭਗਤੀ ਤੋਖਤ ਦੀਨ ਕਿਰਪਾਲਾ, ਗੁਣ ਹੈ ਨਾ ਕਿਤ ਹੀ ਹੈ ਭਿੱਗਾ। ਭਗਤੀ ਦੇ ਅਧੀਨ ਹੈ ਪਰਮਾਤਮਾ, ਗੁਣਾਂ ਦੇ ਨਾਲ ਨਹੀਂ ਭਿੱਜਦਾ। ਐਸਾ ਉਹ ਪਰਮਾਤਮਾ ਵਾਹਿਗੁਰੂ ਤਪ ਕਰਨ ਵਾਲੇ ਦੁਰਭਾਸ਼ਾ ਰਿਸ਼ੀ ਜੀ ਸਨ। ਤੇ ਦੁਰਭਾਸ਼ਾ ਰਿਸ਼ੀ ਅਮਰੀਕ ਰਾਜੇ ਦੇ ਘਰ ਦੇ ਵਿੱਚ ਆਇਆ। ਦੁਰਭਾਸ਼ਾ ਰਿਸ਼ੀ ਨੂੰ ਆਪਣੇ ਤਪ ਦੇ ਉੱਤੇ ਬਹੁਤ ਜ਼ਿਆਦਾ ਮਾਣ ਸੀ ਤੇ ਤਪ ਦੇ ਮਾਣ ਕਰਕੇ ਜਦੋਂ ਅਮਰੀਕ ਰਾਜੇ ਦੇ ਦਰਬਾਰ ਦੇ ਵਿੱਚ ਆਇਆ ਤੇ ਅਮਰੀਕ ਰਾਜਾ ਭਗਤੀ ਕਰ ਰਿਹਾ ਸੀ, ਭਗਤ ਸੀ। ਅਮਰੀਕ ਰਾਜਾ ਧਰਮੀ ਰਾਜਾ ਤੇ ਭਗਤ ਸੀ, ਭਗਤੀ ਕਰ ਰਿਹਾ ਸੀ, ਆਪਣਾ ਨੇਮ ਪੂਰਾ ਕਰ ਰਿਹਾ ਸੀ। ਦੁਰਭਾਸ਼ਾ ਰਿਸ਼ੀ ਨੂੰ ਗੁੱਸਾ ਆ ਗਿਆ, ਕਹਿਣ ਲੱਗਾ ਕਿ ਰਾਜੇ ਨੇ ਮੇਰਾ ਸਤਿਕਾਰ ਨਹੀਂ ਕੀਤਾ, ਮੈਂ ਰਿਸ਼ੀ ਹਾਂ, ਇੰਨੇ ਰਿਸ਼ੀ ਮੇਰੇ ਨਾਲ ਆਏ। ਤੇ ਦੁਰਭਾਸ਼ਾ ਰਿਸ਼ੀ ਨੇ ਗੁੱਸੇ ਦੇ ਵਿੱਚ ਆ ਕੇ ਤਪ ਦੇ ਨਾਲ ਸ਼ਕਤੀ ਪੈਦਾ ਕੀਤੀ ਤੇ ਅਮਰੀਕ ਰਾਜੇ ਨੂੰ ਮਾਰਨ ਲੱਗਾ। ਜਦੋਂ ਅਮਰੀਕ ਰਾਜੇ ਦੇ ਉੱਪਰ ਵਾਰ ਕੀਤਾ ਤੇ ਪ੍ਰਮਾਤਮਾ ਨੇ ਅਮਰੀਕ ਰਾਜੇ ਨੂੰ ਭਗਤ ਜਾਣ ਕੇ ਉਹਦੇ ਦਰਵਾਜ਼ੇ ਦੇ ਉੱਪਰ ਸੁਦਰਸ਼ਨ ਚੱਕਰ ਦਾ ਪਹਿਰਾ ਲਾਇਆ ਸੀ। ਸੁਦਰਸ਼ਨ ਚੱਕਰ ਇਹ ਜੋ ਦੁਰਭਾਸ਼ਾ ਰਿਸ਼ੀ ਦੀ ਜਿਹੜੀ ਸ਼ਕਤੀ ਛੱਡੀ ਸੀ ਨਾ ਉਹਦੇ ਪਿੱਛੇ ਲੱਗ ਗਿਆ, ਦੁਰਭਾਸ਼ਾ ਰਿਸ਼ੀ ਦੇ ਪਿੱਛੇ ਲੱਗ ਗਿਆ
ਕਿ ਤੂੰ ਇੱਕ ਭਗਤ ਦਾ ਕਤਲ ਕਰਨ ਲੱਗਾ ਹੈ, ਭਗਤ ਦੇ ਉੱਪਰ ਵਾਰ ਕਰਨ ਲੱਗਾ ਹੈ। ਤੋ ਜਦੋਂ ਦੁਰਭਾਸ਼ਾ ਰਿਸ਼ੀ ਦੇ ਪਿੱਛੇ ਸੁਦਰਸ਼ਨ ਚੱਕਰ ਲੱਗਿਆ, ਦੁਰਭਾਸ਼ਾ ਰਿਸ਼ੀ ਭੱਜਿਆ, ਦੇਵਤਿਆਂ ਦੇ ਕੋਲ ਗਿਆ, ਥਾਂ ਥਾਂ ਤੇ ਗਿਆ, ਬਚਨ ਦਾ ਯਤਨ ਕੀਤਾ, ਪਰ ਕਿਸੇ ਨੇ ਵੀ ਨਾ ਬਚਾਇਆ। ਤੋ ਜਦੋਂ ਇਹ ਦੁਰਭਾਸ਼ਾ ਰਿਸ਼ੀ ਦੇਵਤਿਆਂ ਦੇ ਗੁਰੂ ਦੇ ਪਾਸ ਗਿਆ ਤੇ ਉਸ ਵੇਲੇ ਉਹਨੇ ਕਿਹਾ ਕਿ ਜਾ ਅਮਰੀਕ ਭਗਤ ਦੇ ਕੋਲ ਜਾ, ਭਗਤਾਂ ਤੋਂ ਬਿਨਾਂ ਤੈਨੂੰ ਕੋਈ ਨਹੀਂ ਬਚਾ ਸਕਦਾ। ਅਮਰੀਕ ਭਗਤ ਦੇ ਚਰਨਾਂ ਦੇ ਉੱਤੇ ਜਾ ਕੇ ਮੱਥਾ ਟੇਕਿਆ ਤੇ ਫਿਰ ਦੁਰਭਾਸ਼ਾ ਰਿਸ਼ੀ ਦਾ ਬਚਾਅ ਹੋਇਆ ਸੀ। ਇਸ ਕਰਕੇ ਪ੍ਰਮਾਤਮਾ ਦੀ ਭਗਤੀ ਹੈ, ਇਹ ਨਹੀਂ ਦੇਖਣਾ ਕਿ ਹਿੰਦੂ ਮਤ ਦੀ ਸਾਖੀ, ਇਹਦੇ ਵਿੱਚੋਂ ਭਗਤੀ ਵਾਲੀ ਉਦਾਹਰਨ ਲੈਣੀ ਹੈ ਕਿ ਭਗਤੀ ਵੱਡੀ ਹੈ। ਇੱਕ ਪਾਸੇ ਤਾਂ ਦੁਰਭਾਸ਼ਾ ਰਿਸ਼ੀ ਇੱਕ ਅਵਤਾਰ ਨੂੰ ਸ਼ਰਾਪ ਦੇ ਦੇਵੇ ਤੇ ਉਹ ਸ਼ਰਾਪ ਦੇ ਨਾਲ ਜੋ ਅਵਤਾਰ ਮਾਰਿਆ ਜਾਂਦਾ ਹੈ। ਕ੍ਰਿਸ਼ਨ ਨੂੰ ਸ਼ਰਾਪ ਦਿੱਤਾ ਸੀ ਦੁਰਭਾਸ਼ਾ ਰਿਸ਼ੀ ਨੇ, ਅਵਤਾਰ ਦੇ ਉੱਤੇ ਦੁਰਭਾਸ਼ਾ ਰਿਸ਼ੀ ਦਾ ਸ਼ਰਾਪ ਚੱਲ ਗਿਆ, ਪਰ ਭਗਤ ਦੇ ਉੱਤੇ ਨਹੀਂ ਚੱਲਿਆ। ਭਗਤ ਦੇ ਚਰਨਾਂ ਦੇ ਉੱਤੇ ਮੱਥਾ ਟੇਕਣਾ ਪਿਆ। ਇਹ ਹੈ ਭਗਤੀ ਦੀ ਉਦਾਹਰਨ। ਭਗਤੀ ਤੋਖਤ ਦੀਨ ਕਿਰਪਾਲਾ, ਗੁਣ ਹੈ ਨਾ ਕਿਤ ਹੀ ਹੈ ਪਿੱਗਾ। ਦੁਰਭਾਸ਼ਾ ਰਿਸ਼ੀ ਦਾ ਅਵਤਾਰ, ਦੁਰਭਾਸ਼ਾ ਰਿਸ਼ੀ ਦਾ ਵਾਰ ਅਵਤਾਰ ਦੇ ਉੱਤੇ ਚੱਲਦਾ ਹੈ, ਕ੍ਰਿਸ਼ਨ ਦੇ ਉੱਤੇ, ਪਰ ਭਗਤ ਦੇ ਉੱਪਰ ਨਹੀਂ। ਭਗਤ ਦੇ ਅੱਗੇ ਗੋਡੇ ਟੇਕਣੇ ਪਏ ਉਸੇ ਹੀ ਦੁਰਭਾਸ਼ਾ ਰਿਸ਼ੀ ਨੂੰ। ਇਸ ਕਰਕੇ ਪਰਮਾਤਮਾ ਦੀ ਭਗਤੀ ਵੱਡੀ ਹੈ। ਭਗਤੀ ਦੇ ਸੰਬੰਧ ਦੇ ਵਿੱਚ ਜੋ ਭਗਤ ਕਬੀਰ ਜੀ ਨੇ ਵੀ ਪਾਵਨ ਬਚਨ ਕੀਤੇ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਕਿ ਸਭ ਤੋਂ ਵੱਡਾ ਪਰਮਾਤਮਾ ਦਾ ਭਗਤ ਹੈ। ਇਹ ਬਚਨ ਕੀਤੇ ਨੇ ਆਪਣੀ ਪਾਵਨ ਬਾਣੀ ਦੇ ਵਿੱਚ। ਦਾਸ ਨੂੰ ਉਹ ਪੰਕਤੀ ਵਿਸਰ ਗਈ। ਤੋ ਇਸ ਪ੍ਰਕਾਰ ਇਹ ਪਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਬੜੀ ਮਹਾਨ ਹੈ। ਸਤਿਗੁਰੂ ਜੀ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਜੀਓ ਆਪਣੀ ਸੇਵਾ ਸਿਮਰਨ ਭਗਤੀ ਦੇ ਵਿੱਚ ਜੋੜੀ ਰੱਖੋ। ਸਤਿਗੁਰੂ ਜੀਓ ਆਪ ਜੀ ਨੇ ਤਾਂ ਸਿੱਖ ਨੂੰ ਗੁਣ ਹੀ ਬੜੇ ਦਿੱਤੇ ਨੇ। ਜੋ ਸਿੱਖ ਭਗਤ ਵੀ ਹੈ, ਫਿਰ ਸਿੱਖ ਗਿਆਨਵਾਨ ਵੀ ਹੈ, ਸਿੱਖ ਤਿਆਗੀ ਵੀ ਹੈ, ਫਿਰ ਸਿੱਖ ਸੂਰਮਾ ਵੀ ਹੈ। ਜੇ ਕੋਈ ਦੁਸ਼ਟ ਚੜ੍ਹ ਕੇ ਆਵੇ ਤੇ ਗੁਰੂ ਕਾ ਸਿੱਖ ਇੱਕ ਹੱਥ ਦੇ ਵਿੱਚ ਮਾਲਾ ਤੇ ਦੂਜੇ ਹੱਥ ਦੇ ਵਿੱਚ ਕਿਰਪਾਨ ਫੜ ਕੇ ਉਹ ਦੁਸ਼ਟ ਦਾ ਸਿਰ ਵੀ ਕਲਮ ਕਰਦਾ ਹੈ। ਤੋ ਐਸਾ ਸਤਿਗੁਰੂ ਜੀਓ ਐਸੇ ਗੁਣ ਬਖਸ਼ੇ ਨੇ। ਗੁਰੂ ਕਾ ਸਿੱਖ ਸੇਵਾ ਕਰਨ ਵਾਲਾ ਵੀ ਹੈ, ਗੁਰੂ ਕਾ ਸਿੱਖ ਸੂਰਮਾ ਵੀ ਹੈ, ਗੁਰੂ ਕਾ ਸਿੱਖ ਵਿਦਵਾਨ ਵੀ ਹੈ, ਗੁਰੂ ਕਾ ਸਿੱਖ ਦਾਨੀ ਵੀ ਹੈ। ਸਤਿਗੁਰੂ ਜੀਓ ਜੈਸੇ ਗੁਣ ਆਪ ਜੀ ਦੇ ਵਿੱਚ ਉਸੇ ਤਰ੍ਹਾਂ ਦੇ ਗੁਣ ਸਿੱਖ ਨੂੰ ਬਖਸ਼ ਦਿੱਤੇ। ਪਰ ਸਤਿਗੁਰੂ ਜੀਓ ਸਾਡੇ ਉੱਪਰ ਕਿਰਪਾ ਕਰੋ, ਆਪਣੇ ਚਰਨਾਂ ਦੇ ਨਾਲ ਜੋੜ ਲਓ। ਭਗਤੀ ਸੇਵਾ ਸਿਮਰਨ ਦੇ ਵਿੱਚ ਗੁਰਸਿੱਖੀ ਵਾਲੇ ਸੰਪੂਰਨ ਗੁਣ ਬਖਸ਼ੋ, ਜਿਸ ਕਰਕੇ ਆਪ ਜੀ ਦੀ ਸਿੱਖੀ ਕਮਾ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਸਮਾ ਜਾਈਏ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ। ਲੇਖੈ ਕਤੈ ਨਾ ਛੂਟੀ ਹੈ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਪਰ ਸਥਾਨ ਸੋ ਪਾਵਤ ਨਾਹੀ, ਬਸਹਿ ਸਦਾ ਸਤ ਸੰਗਤ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।